ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰ ਰਹੇ ਹਾਂ। ਇਸ ਵੇਲੇ 3:14 ਹੋ ਗਏ ਨੇ ਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡਾ ਤੁਹਾਡਾ ਸਾਥ ਹੁੰਦਾ। ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਟਿਊਨ ਇਨ ਕੀਤਾ ਹੋਣਾ ਅਤੇ ਸਾਡੀ ਗੱਲਬਾਤ ਦੇ ਲਈ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਸਾਡਾ ਇੱਕ ਵਿਸ਼ੇਸ਼ ਸੈਗਮੈਂਟ ਹੁੰਦਾ ਦ ਗੈਸਟ ਆਫ ਦਾ ਸ਼ੋ, ਜਿਹਦੇ ਵਿੱਚ ਅਸੀਂ ਇੱਕ ਖਾਸ ਪਰਸਨੈਲਿਟੀ ਡਾਕਟਰ ਰਾਜੇਸ਼ ਕੇ ਪਲਨ ਹੋਰੀ ਅੱਜ ਸਾਡੇ ਮਹਿਮਾਨ ਨੇ। ਉਹਨਾਂ ਦੇ ਨਾਲ ਆਪਾਂ ਵਿਸ਼ੇਸ਼ ਗੱਲਬਾਤ ਕਰਨੀ ਹੈ ਔਰ ਇੱਕ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਵੱਖ-ਵੱਖ ਖੇਤਰਾਂ ਦੀ ਗੱਲ ਕਰੀਏ, ਉਹਨਾਂ ਦੀ ਸਟੱਡੀ ਦੀ ਗੱਲ ਕਰਾਂ, ਉਹਨਾਂ ਦੇ ਕਰੀਅਰ ਦੀ ਗੱਲ ਕਰਾਂ ਤਾਂ ਹਮੇਸ਼ਾ ਅਸੀਂ ਕਈ ਵਾਰੀ ਭਾਲਦੇ ਹੁੰਦੇ ਹਾਂ, ਲੱਭਦੇ ਹੁੰਦੇ ਕਿ ਯਾਰ ਸਾਡੇ ਸੰਗਤ ਦੇ ਸਾਨੂੰ ਕਰਨ ਦਾ ਮੌਕਾ ਮਿਲੇ ਕਿਸੇ ਨਾ ਕਿਸੇ ਇਹੋ ਜਿਹੀ ਪਰਸਨੈਲਿਟੀ ਨਾਲ ਜਿਹੜੇ ਇੱਕ ਬਹੁਤ ਲਰਨਡ ਐਕਸਪੀਰੀਅੰਸਡ ਤਰੀਕੇ ਦੇ ਨਾਲ ਕਮਿਊਨਿਟੀ ਨੂੰ, ਭਾਈਚਾਰੇ ਨੂੰ ਆਪਣੀਆਂ ਚਾਹੇ ਉਹ ਲਿਖਤਾਂ ਨੇ, ਚਾਹੇ ਉਹਨਾਂ ਦੀ ਸਪੀਚਿਜ਼ ਨੇ, ਚਾਹੇ ਕਿਸੇ ਵੀ ਰੂਪ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀਆਂ ਚੀਜ਼ਾਂ ਡਾਕੂਮੈਂਟ ਕਰਕੇ ਦੇਣ। ਔਰ ਖਾਸ ਤੌਰ 'ਤੇ ਜਿਹੜੇ ਰਾਈਟਰਸ ਹੁੰਦੇ ਨੇ, ਜਿਹੜੇ ਪੋਇਟ ਹੁੰਦੇ ਨੇ, ਜਿਹੜੇ ਫਿਲਾਸਫਰਜ਼ ਹੁੰਦੇ ਨੇ, ਮੈਨੂੰ ਸਮਝਦਾ ਕਿ ਉਹ ਸਾਡੀ ਕਮਿਊਨਿਟੀ ਦਾ, ਭਾਈਚਾਰੇ ਦਾ ਖਜ਼ਾਨਾ ਹੁੰਦੇ ਨੇ। ਸੋ ਇਸੇ ਤਰ੍ਹਾਂ ਦਾ ਇੱਕ ਖਜ਼ਾਨਾ ਜਿਹੜਾ ਡਾਕਟਰ ਸਾਹਿਬ ਦਾ ਮੈਂ ਜ਼ਿਕਰ ਕਰ ਰਿਹਾ ਅੱਜ ਸਾਡੇ ਨਾਲ ਖਾਸ ਤੌਰ ਦੇ ਉੱਤੇ ਸਟੂਡੀਓ 'ਚ ਪਹੁੰਚੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਟੂਡੀਓ ਦੇ ਵਿੱਚ। ਧੰਨਵਾਦ ਜੀ। ਧੰਨਵਾਦ। ਕੀ ਹਾਲ ਚਾਲ ਸਰ? ਠੀਕ ਹੋ? ਹਾਂ ਬਸ ਜੀ, ਮਿਹਰਬਾਨੀ। ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ ਸਟੂਡੀਓ 'ਚ ਆਏ, ਸਾਡੀ ਬੇਨਤੀ। ਤੁਹਾਡਾ ਵੀ ਧੰਨਵਾਦ ਜੀ, ਤੁਹਾਡਾ ਧੰਨਵਾਦ। ਸੋ ਮੈਂ ਹਮੇਸ਼ਾ ਇਸ ਗੱਲ ਦੇ ਲਈ ਸਰ, ਮੈਨੂੰ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਜਦੋਂ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ ਔਰ ਕਈ ਲੋਕ ਤਾਂ ਹੁੰਦੇ ਨੇ ਕਿ ਤਜਰਬੇ ਲਈ ਬੈਠੇ ਹੁੰਦੇ ਨੇ ਅਤੇ ਗੱਲਾਂ ਬਾਤਾਂ ਉਹ ਹਵਾ 'ਚ ਹੀ ਰਹਿ ਜਾਂਦੀਆਂ, ਉਹ ਕਿਤੇ ਵੀ ਡਾਕੂਮੈਂਟ ਨਹੀਂ ਹੁੰਦੀਆਂ। ਹਾਂਜੀ, ਉਹਨਾਂ ਦੇ ਤਜਰਬੇ, ਉਹਨਾਂ ਦੇ ਕਰੀਅਰ ਦੇ ਵਿੱਚ ਉਤਰਾਅ ਚੜਾਅ ਜਿਹੜੇ ਆਏ ਹੁੰਦੇ ਨੇ ਉਹ ਦੂਸਰਿਆਂ ਤੱਕ ਨਹੀਂ ਪਹੁੰਚਦੇ। ਹਾਂਜੀ, ਮੈਂ ਸਮਝਦਾ ਜਿਹੜੇ ਰਾਈਟਰਸ ਨੇ, ਜਿਹੜੇ ਫਿਲਾਸਫਰ ਨੇ, ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀਆਂ ਉਹਨਾਂ ਚੀਜ਼ਾਂ ਨੂੰ ਡਾਕੂਮੈਂਟ ਦੇ ਰੂਪ ਦੇ ਵਿੱਚ ਇੱਕ ਰਿਟਨ ਫਾਰਮ ਜਾਂ ਇੱਕ ਰਿਕਾਰਡਡ ਫਾਰਮ ਦੇ ਵਿੱਚ ਰੱਖ ਦਿੰਦੇ ਆ, ਹਾਂਜੀ, ਉਹ ਇੱਕ ਨੈਕਸਟ ਲੈਵਲ ਹੋ ਜਾਂਦਾ ਜੀ ਪਹਿਲਾਂ ਹੀ। ਹਾਂਜੀ, ਇਸ ਤਰ੍ਹਾਂ ਹੀ ਹੁੰਦਾ ਹੈ। ਹਾਂਜੀ। ਸੋ ਤੁਹਾਡੇ ਬਾਰੇ, ਜਿੱਥੇ ਤੁਹਾਡੀ ਲਾਈਫ ਬਾਰੇ, ਤੁਹਾਡੇ ਕਰੀਅਰ ਬਾਰੇ ਗੱਲ ਕਰਨੀ ਹੈ, ਉੱਥੇ ਜਿਹੜਾ ਖਜ਼ਾਨਾ ਸੰਭਾਲਣ ਦੀ ਜਿਹੜੀ ਤੁਹਾਡੀ ਪਿਰਤ ਹੈ ਜਾਂ ਫਿਰ ਜਿਹੜੀ ਇੱਕ ਚੇਟਕ ਹੈ, ਉਸ ਪਾਸੇ ਨੂੰ ਵੀ ਚੱਲਾਂਗੇ। ਅਤੇ ਥੋੜ੍ਹਾ ਜਿਹਾ ਦੱਸੀਏ ਪਹਿਲਾਂ ਡਾਕਟਰ ਸਾਹਿਬ ਬਾਰੇ, ਤੁਹਾਡੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਸ਼ਬਦਾਂ 'ਚ, ਜਿਹੜੇ ਦੋਸਤ ਅੱਜ ਹੋ ਸਕਦਾ ਤੁਹਾਨੂੰ ਪਹਿਲੀ ਵਾਰ ਸੁਣ ਰਿਹਾ ਹੋਣ। ਡਾਕਟਰ ਰਾਜੇਸ਼ ਕੇ ਪਲਨ ਹੋਰੀ ਕੌਣ ਨੇ ਜੀ? ਮੈਂ ਜੀ ਇੱਕ ਨਾਚੀਜ਼ ਜਿਹਾ ਬੰਦਾ ਜਿਹੜਾ ਕਿ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਜੀ। ਅਤੇ ਮੇਰਾ ਪਿੰਡ ਜੱਦੀ ਪਿੰਡ ਹੈਗਾ ਜੀ ਜੰਡਿਆਲਾ। ਓਕੇ। ਜ਼ਿਲ੍ਹਾ ਜਲੰਧਰ। ਹਾਂਜੀ, ਜਲੰਧਰ ਜੰਡਿਆਲਾ ਮਸ਼ਹੂਰ ਪਿੰਡ ਹੈ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਮੈਂ ਉੱਥੇ BA ਉੱਥੋਂ ਕੀਤੀ ਜੀ, ਉਸੇ ਜਿਹੜਾ ਲੋਕਲ ਕਾਲਜ ਸੀ। ਉਸ ਤੋਂ ਬਾਅਦ ਜੀ ਮੈਂ ਇੰਗਲਿਸ਼ ਦੀ MA ਕੀਤੀ ਦੁਆਬਾ ਕਾਲਜ ਤੋਂ। ਦੁਆਬਾ ਕਾਲਜ ਜਲੰਧਰ? ਹਾਂਜੀ, ਦੁਆਬਾ ਕਾਲਜ। ਮੈਂ ਵੀ ਉਸੇ ਕਾਲਜ ਦਾ ਸਟੂਡੈਂਟ ਹਾਂ ਜੀ। ਹਾਂਜੀ, ਬੜੀ ਵਧੀਆ ਗੱਲ ਹੈ ਜੀ। ਹਾਂਜੀ। ਉੱਥੇ ਪ੍ਰੋਫੈਸਰ ਵਿਓਰਾ ਸਾਹਿਬ ਹੁੰਦੇ ਸੀ। ਹਾਂਜੀ। ਅਤੇ ਉਹ ਮੇਰੇ ਉਸਤਾਦ ਆ ਜੀ, ਉਹਨਾਂ ਨੂੰ ਮੈਂ ਆਪਣਾ ਸਮਝਦਾ, ਗੁਰੂ ਸਮਝਦਾ। ਵੈਰੀ ਗੁੱਡ। ਅਤੇ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਮੈਨੂੰ ਮੈਂਟਰ ਕੀਤਾ ਜੀ। ਅਤੇ ਫਿਰ ਮੈਂ ਖਾਲਸਾ ਕਾਲਜ ਗੜ੍ਹਸ਼ੰਕਰ ਲੈਕਚਰਰ ਇਨ ਇੰਗਲਿਸ਼ ਜੀ 16 ਸਾਲ ਪੜ੍ਹਾਇਆ ਜੀ ਉੱਥੇ। ਵੈਰੀ ਗੁੱਡ, ਵੈਰੀ ਗੁੱਡ। ਅਤੇ ਪੜ੍ਹਾਉਂਦੇ ਮੈਨੂੰ ਖਿਆਲ ਆਇਆ ਕਿ ਸਿਰਫ MA ਹੀ ਜ਼ਰੂਰੀ ਨਹੀਂ, ਕਿ ਜ਼ਿੰਦਗੀ ਵਿੱਚ ਕਈ ਕੁਛ ਹੋਰ ਵੀ ਸਿੱਖਣ ਲਈ ਹਾਲੇ ਬਾਕੀ ਹੈ। ਓਕੇ। ਅਤੇ ਫਿਰ ਮੈਂ PhD ਦੀ ਰਜਿਸਟ੍ਰੇਸ਼ਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲੇ ਕਰਾ ਲਈ ਜੀ। ਅਤੇ ਉੱਥੇ ਇਹ ਤੁਹਾਨੂੰ ਪਤਾ ਹੀ ਹੈ ਕਿ PhD ਕਰਨ ਦੇ ਲਈ ਟਾਈਮ ਤਾਂ ਜ਼ਿਆਦਾ ਲੱਗਦਾ, ਪਰ ਇੱਕ ਅਣਥੱਕ ਮਿਹਨਤੀ ਬੰਦਾ ਮੈਂ ਹੈਗਾ, ਅਤੇ ਮੈਂ ਉਹ 13 ਮਹੀਨਿਆਂ ਦੇ ਵਿੱਚ ਹੀ ਥੀਸਿਸ ਲਿਖ ਲਿਆ ਸੀ PhD ਦਾ। ਓਕੇ। ਹਾਂਜੀ। ਅਤੇ ਇਹ ਸੀ 1987 ਦੇ ਵਿੱਚ ਮੈਨੂੰ PhD ਦੀ ਡਿਗਰੀ ਹਾਸਲ ਹੋ ਗਈ। ਠੀਕ ਹੈ। ਹਾਂਜੀ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਲਿਖਣ ਦਾ ਜਿਹੜਾ ਚੇਟਕ ਸੀ ਉਹ ਨਾਲੋਂ ਨਾਲ ਹੀ ਚੱਲ ਰਹੀ ਸੀ ਕਿ ਜਾਂ ਕਿਤੇ ਉਹਨੂੰ ਫਿਰ ਬਾਅਦ ਵਿੱਚ ਸੈਪਰੇਟਲੀ ਕਿਤੇ ਡਿਸਾਈਡ ਕੀਤਾ ਵੀ ਹੁਣ ਆਪਾਂ ਲਿਖਿਆ ਵੀ ਕਰੀਏ? ਲਿਖਣ ਦੀ ਚੇਟਕ ਜੀ ਮੈਨੂੰ 1983 ਤੋਂ ਆ ਜੀ, 1983 ਤੋਂ। ਅੱਛਾ ਜੀ। ਜਿਸ ਤਰ੍ਹਾਂ ਕਿਸੇ ਵੇਲੇ ਜ਼ਿੰਦਗੀ ਵਿੱਚ ਤੁਹਾਨੂੰ ਪਤਾ ਹੀ ਹੈ ਕਈ ਹਾਦਸੇ ਹੋ ਜਾਂਦੇ ਆ। ਹਾਂਜੀ। ਅਤੇ ਉਹਨਾਂ ਨੂੰ ਹੂ ਬਹੂ ਕਿਸੇ ਨਾਲ ਡਿਸਕਸ ਨਹੀਂ ਕੀਤਾ ਜਾ ਸਕਦਾ। ਹਾਂਜੀ। ਅਤੇ ਸਾਨੂੰ ਕੋਈ ਜ਼ਰੀਆ ਲੱਭਣਾ ਹੁੰਦਾ ਹੈ ਜੀ। ਅਤੇ ਲਿਖਣ ਦਾ ਜਿਹੜਾ ਹੈਗਾ ਜ਼ਰੀਆ, ਇਹ ਸਭ ਤੋਂ ਵਧੀਆ ਜ਼ਰੀਆ ਹੁੰਦਾ ਜੋ ਤੁਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹੋ। ਬਿਲਕੁਲ ਠੀਕ। ਸਿਰਫ ਲਿਖਣ ਦਾ ਵੀ ਨਹੀਂ, ਤੁਸੀਂ ਕਹਿ ਸਕਦੇ ਪੇਂਟਿੰਗ ਵੀ ਹੋ ਸਕਦੀ ਹੈ, ਮਤਲਬ ਕੋਈ ਵੀ ਆਰਟ ਦੀ ਡਾਇਮੈਂਸ਼ਨ ਹੋ ਸਕਦੀ ਹੈ। ਹਾਂਜੀ। ਕੋਈ ਵੀ ਡਿਸਿਪਲਿਨ ਹੋ ਸਕਦਾ ਜੀ, ਉਹਦੇ ਵਿੱਚ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਪ੍ਰਗਟਾਵਾ ਉਹਦਾ ਕਰ ਸਕਦੇ ਹਾਂ। ਹਾਂਜੀ। ਔਰ ਤੁਸੀਂ ਕਥਾਰਸਿਸ ਵੀ ਕਰ ਸਕਦੇ ਹਾਂ ਆਪਣੀਆਂ ਇਮੋਸ਼ਨਸ। ਠੀਕ ਹੈ। ਜੋ ਤੁਸੀਂ ਗੱਲ ਕਰਨਾ ਚਾਹੁੰਦੇ ਆ ਉਹ ਤੁਸੀਂ ਕਰ ਸਕਦੇ ਹਾਂ। ਇਹ ਕਿਸੇ ਨਾ ਕਿਸੇ ਸੋਰਸ ਦੇ ਨਾਲ, ਕਿਸੇ ਨੂੰ ਓਬਜੈਕਟਿਵ ਕੋਰੈਲੇਟਿਵ ਲੈ ਕੇ, ਕਿਸੇ ਕੈਰੈਕਟਰ ਦੇ ਥਰੂ, ਕਿਸੇ ਨੇਚਰ ਦੇ ਐਸਪੈਕਟ ਦੇ ਥਰੂ। ਹਾਂਜੀ। ਸੋ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ ਜੀ ਕਿ
ਜਬ ਲਗ ਦੁਨੀਆ ਰਹੀ ਹੈ, ਹਾਂਜੀ, ਕਿਛ ਸੁਣੀਏ ਕਿਛ ਕਹੀਏ। ਬਿਲਕੁਲ ਠੀਕ ਤੇ ਇਹ ਮੇਰੇ ਮਨ ਦੇ ਵਿੱਚ ਹਮੇਸ਼ਾ ਰਹਿੰਦਾ ਜੀ। ਕਿ ਕੁਛ ਨਾ ਕੁਛ ਲਿਖਣਾ ਚਾਹੀਦਾ, ਕੁਛ ਨਾ ਕੁਛ ਪੜ੍ਹਨਾ ਚਾਹੀਦਾ, ਸਿੱਖਣਾ ਚਾਹੀਦਾ। ਤੇ ਇਸੇ ਹੀ ਲਹਿਜ਼ੇ ਦੇ ਨਾਲ ਮੈਂ ਲਿਖਣਾ ਸ਼ੁਰੂ ਕੀਤਾ ਸੀ ਜੀ ਰਾਈਟ 1983 'ਚ। ਰਾਈਟ। ਅੱਛਾ, ਜਿਹੜੀ ਮੈਂ ਇਹ ਕਈ ਵਾਰੀ ਇੱਦਾਂ ਲੱਗਦਾ ਹੁੰਦਾ, ਜਿਵੇਂ ਮੈਂ ਗੱਲ ਕੀਤੀ ਸੀ ਕਿ ਹਰ ਬੰਦਾ ਹੀ ਅੱਜ ਦੀ ਡੇਟ ਦੇ ਵਿੱਚ ਦੇਖੀਏ ਤਾਂ ਪੱਤਰਕਾਰ ਬਣਿਆ ਹੋਇਆ, ਹਰ ਬੰਦਾ ਹੀ ਜਰਨਲਿਸਟ ਹੈ, ਹਰ ਬੰਦਾ ਹੀ, ਕਿਉਂਕਿ ਉਹਦੇ ਕੋਲ ਮਾਧਿਅਮ ਇੱਦਾਂ ਦੇ ਹੋ ਗਿਆ ਸੋਸ਼ਲ ਮੀਡੀਆ ਦੇ ਜ਼ਰੀਏ, ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਜੋ ਵੀ ਜਿਹਦੇ ਤੱਕ ਵੀ ਜਿੱਦਾਂ ਕਦੀ ਵੀ ਚੀਜ਼ ਜਿਹੜੀ ਹੈ ਕੋਈ ਰਿਕਾਰਡ ਕਰਕੇ ਰੱਖਣੀ ਹੈ, ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਪਾਉਣੀ ਹੈ, ਤਾਂ ਉਹ ਡਾਕੂਮੈਂਟ ਬਣ ਗਈ ਹੈ। ਪਰ ਉਹਦੀ ਓਥੈਂਟਿਸਿਟੀ ਜਿਹੜੀ ਜਿਸ ਤਰੀਕੇ ਦੇ ਨਾਲ ਜਿਹੜੇ ਰਿਸਰਚਰਸ ਲੈਵਲ ਦੇ ਉੱਪਰ ਜਾਂ ਜਿਸ ਤਰ੍ਹਾਂ ਦੀ ਤੁਹਾਡੀ ਪਰਸਨੈਲਿਟੀ ਹੈ, ਪ੍ਰੋਫੈਸਰਸ, PhD ਕੀਤੇ ਹੋਏ ਲੋਕ ਜਾਂ ਜਿਹੜੇ ਹੋਰ ਇਸ ਤਰ੍ਹਾਂ ਇੱਕ ਫਿਲਾਸਫਰ ਦੀ ਤਰ੍ਹਾਂ, ਇੱਕ ਨੀਤੀ ਘਾੜਿਆਂ ਦੀ ਤਰ੍ਹਾਂ, ਜਾਂ ਫਿਰ ਸਮਾਜ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਕਹਿ ਲਈਏ ਕਿ ਇੱਕ ਰਸਤਾ ਦੇਣ ਦੀ ਜਿਹਨਾਂ ਦੀ ਆਪਣੀ ਕੋਸ਼ਿਸ਼ ਹੁੰਦੀ ਹੈ, ਜਿਹੜੀ ਉਹ ਓਥੈਂਟਿਕ ਅਪਰੋਚ ਵਰਸਿਸ ਜਿਹੜੀ ਕਈ ਵਾਰੀ ਜਿਹਦਾ ਮਰਜ਼ੀ, ਜਿਹਨੂੰ ਮਰਜ਼ੀ, ਜਿਸ ਤਰ੍ਹਾਂ ਦਾ ਮਰਜ਼ੀ ਪੇਸ਼ ਕਰਨ ਦੀ ਜਿਹੜੀ ਇੱਕ ਅਪਰੋਚ ਹੈ, ਜਦੋਂ ਉਹਨਾਂ ਦੋਨਾਂ ਨੂੰ ਫ਼ਰਕ ਨੂੰ ਦੇਖਦੇ ਹਾਂ, ਲਿਖਣ 'ਚ ਵੀ ਆ ਰਿਹਾ ਅੱਜ ਕੱਲ੍ਹ, ਜਿੱਥੇ ਮੈਂ ਸੋਸ਼ਲ ਮੀਡੀਆ 'ਤੇ ਬੋਲਣ ਜਾਂ ਵੀਡੀਓ ਦੇ ਜ਼ਰੀਏ ਤਾਂ ਆ ਹੀ ਰਿਹਾ, ਪਰ ਕਈ ਲੋਕ ਆਪਣੇ ਲਿਖ ਕੇ ਵੀ ਉਹ ਜਿਹੜੇ ਹਾਵ ਭਾਵ ਰੱਖ ਦਿੰਦੇ ਨੇ, ਪਰ ਉਹ ਉਨੀ ਜ਼ਿਆਦਾ ਸਟੱਡੀ, ਉਨੀ ਜ਼ਿਆਦਾ ਡੀਪ ਨੌਲੇਜ ਨਹੀਂ ਹੁੰਦੀ। ਸੋ ਉਸ ਗੱਲ ਨੂੰ ਕਦੀ ਤੁਸੀਂ ਸੋਚਿਆ ਹੋਵੇ ਕਿ ਯਾਰ ਅਸੀਂ ਤਾਂ ਇੰਨਾ ਸਮਾਂ ਲਗਾ ਕੇ, ਹੁਣ ਮੈਂ ਦੇਖ ਰਿਹਾ ਇਸ ਵੇਲੇ ਜੇ ਸਾਡੇ ਸਰੋਤੇ TV ਦੇ ਉੱਪਰ ਜਿਹੜੇ ਦੇਖ ਰਹੇ ਹੋਣਗੇ, ਡਾਕਟਰ ਸਾਹਿਬ ਨੇ ਰੈਫਰੈਂਸ ਦੇ ਲਈ ਅੱਜ ਦੀ ਸਾਡੀ ਗੱਲਬਾਤ ਦੇ ਵਿੱਚ ਹੀ ਮੈਂ ਇਹਨਾਂ ਨਾਲ ਜ਼ਿਕਰ ਕੀਤਾ ਸੀ, ਮੈਂ ਕਿਹਾ ਜੀ ਥੋੜ੍ਹੀਆਂ ਜਿਹੀਆਂ ਆਪਣੀਆਂ ਕਿਤਾਬਾਂ ਲੈ ਕੇ ਆਇਓ ਨਾਲ, ਅਤੇ ਇਹ ਜਿਹੜੀਆਂ ਥੋੜ੍ਹੀਆਂ ਕਿਤਾਬਾਂ ਲੈ ਕੇ ਆਏ, ਮੈਨੂੰ ਪਤਾ ਵੀ ਇਹਦੇ ਵਿੱਚੋਂ ਹੁਣ ਕਿੰਨੀਆਂ ਕਿਤਾਬਾਂ ਦੇ ਰੈਫਰੈਂਸਿਸ ਲੈਣ ਤੋਂ ਬਾਅਦ ਤੁਸੀਂ ਹੋ ਸਕਦਾ ਕਈ ਵਾਰੀ ਇੱਕ ਪੰਨਾ ਹੀ ਲਿਖਿਆ ਹੋਵੇ। ਹਾਂਜੀ ਹਾਂਜੀ। ਸੋ ਉਸ ਅਥੈਂਟਿਕ ਅਪਰੋਚ ਨੂੰ ਔਰ ਵਰਸਿਸ ਜਿਹੜੀ ਅੱਜ ਦੀ ਜਿਹੜੀ ਮਰਜ਼ੀ ਚੀਜ਼ ਨੂੰ ਸਾਹਮਣੇ ਲੈ ਕੇ ਆ ਜਾਣਾ, ਡਾਕੂਮੈਂਟ ਕਰਨਾ, ਇਹਨੂੰ ਕਿਵੇਂ ਕਦੀ ਨਾਪਿਆ ਤੋਲਿਆ ਹੋਵੇ? ਹਾਂਜੀ, ਇਹ ਅੱਜ ਕੱਲ੍ਹ ਕਹਿਣਾ ਤਾਂ ਨਹੀਂ ਚਾਹੀਦਾ ਜੀ ਵੈਸੇ, ਪਰ ਬਹੁਤ ਵਾਰੀ ਸੁਪਰਫਿਸ਼ੀਅਲ ਅਪਰੋਚ ਆ। ਰਾਈਟ। ਸੁਪਰਫਿਸ਼ੀਅਲ ਜਿਹੜੀ ਅਪਰੋਚ ਹੁੰਦੀ ਹੈ ਉਹ ਥੋੜ੍ਹੀ ਦੇਰ ਹੀ ਰਹਿੰਦੀ ਹੈ। ਰਾਈਟ। ਉਹਦੀ ਲਾਈਫ ਇੰਨੀ ਨਹੀਂ ਹੁੰਦੀ। ਠੀਕ ਹੈ। ਅਤੇ ਜਿਹੜੀ ਪਰਪੱਕਤਾ ਹੁੰਦੀ ਆ, ਜਿਹੜੀ ਮੈਚਿਓਰਿਟੀ ਹੁੰਦੀ ਆ, ਹਾਂਜੀ, ਜਿਹਨੂੰ ਕਹਿ ਦਿੰਦੇ ਹਾਂ ਆਪਾਂ ਸੀਜ਼ਨਿੰਗ ਹੁੰਦੀ ਆ, ਉਹ ਐਕਸਪੀਰੀਅੰਸ ਨਾਲ ਹੀ ਆਉਂਦੀ ਹੈ। ਹਾਂਜੀ। ਅਤੇ ਐਕਸਪੀਰੀਅੰਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪੋਰਸ਼ਨ ਹੁੰਦਾ ਮੇਰੇ ਮੁਤਾਬਕ ਉਹ ਸਟੱਡੀ ਦਾ ਹੁੰਦਾ ਜੀ। ਓਕੇ। ਉਹ ਸਕ੍ਰਿਪਚਰ ਦੀ ਸਟੱਡੀ ਵੀ ਹੋ ਸਕਦੀ ਆ, ਗੁਰੂ ਗ੍ਰੰਥ ਸਾਹਿਬ ਦੀ ਵੀ ਹੋ ਸਕਦੀ ਆ, ਹਾਂਜੀ, ਕੁਰਾਨ ਦੀ ਵੀ ਹੋ ਸਕਦੀ ਆ, ਰਾਮਾਇਣ ਮਹਾਭਾਰਤ ਦੀ ਵੀ ਹੋ ਸਕਦੀ ਆ, ਹਾਂਜੀ, ਔਰ ਵੈਸੇ ਲਿਟਰੇਚਰ ਦੀ ਵੀ ਹੋ ਸਕਦੀ ਹੈ। ਲਿਟਰੇਚਰ ਸਿਰਫ ਐਸਾ ਹੀ ਨਾ ਹੋਵੇ ਕਿ ਜਿਹੜੀ ਸਾਡੀ ਮਾਂ ਬੋਲੀ ਹੈ, ਜਿਹੜੀ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ, ਹਾਂਜੀ, ਕਿ ਪੰਜਾਬੀ ਦਾ ਲਿਟਰੇਚਰ ਹੀ ਪੜ੍ਹਿਆ ਜਾਵੇ ਜੀ। ਡਿਫਰੈਂਟ ਜਿਹੜੀਆਂ ਲੈਂਗੁਏਜਿਸ ਆ, ਜਿਸ ਤਰ੍ਹਾਂ ਉਰਦੂ ਆ, ਹਾਂਜੀ, ਜਿਸ ਤਰ੍ਹਾਂ ਇੰਗਲਿਸ਼ ਆ, ਔਰ ਜਿਸ ਤਰ੍ਹਾਂ ਪੰਜਾਬੀ ਹੈ, ਹਾਂਜੀ, ਇਹਨਾਂ ਦੀ ਮੈਂ ਸਟੱਡੀ ਕਰਦੇ ਕਰਦੇ ਲਿਟਰੇਚਰ ਦੀ ਇਸ ਨਤੀਜੇ 'ਤੇ ਪਹੁੰਚਿਆ ਜੀ ਕਿ ਅਸੀਂ ਜਦੋਂ ਵੀ ਲਿਖਦੇ ਹਾਂ ਤਾਂ ਸਾਨੂੰ ਇੱਕ ਸਵੈ ਪੜਚੋਲ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਠੀਕ ਹੈ। ਜਿਹਨੂੰ ਮੈਂ ਸੈਲਫ ਐਗਜ਼ਾਮੀਨੇਸ਼ਨ ਕਹਿੰਦਾ ਹਾਂ। ਠੀਕ। ਇਹਨੂੰ ਹੋਰ ਵੀ ਅੱਗੇ ਜਾ ਕੇ ਕਹੀਏ ਤਾਂ ਰੂਥਲੈਸ ਸੈਲਫ ਐਗਜ਼ਾਮੀਨੇਸ਼ਨ, ਮਤਲਬ ਤੁਹਾਨੂੰ ਆਪਣੇ ਆਪ ਨੂੰ ਨਹੀਂ ਬਖਸ਼ਣਾ ਚਾਹੀਦਾ ਵਾਈਲ ਰਾਈਟਿੰਗ। ਅੱਛਾ। ਯੂ ਸ਼ੁੱਡ ਟਰਾਈ ਟੂ ਰਿਵੀਲ ਵਾਟ ਯੂ ਵਾਂਟ। ਅੱਛਾ, ਪਰ ਇੱਥੇ ਡਾਕਟਰ ਸਾਹਿਬ ਮੈਂ ਕਈ ਵਾਰੀ ਦੇਖਿਆ ਕਿ ਜਿਹੜੇ ਕਈ ਰਾਈਟਰਸ ਨੇ ਜਿਹੜੇ ਖਾਸ ਤੌਰ 'ਤੇ ਕਿਤਾਬਾਂ ਜਾਂ ਸਵੈ ਜੀਵਨੀਆਂ ਲਿਖਦੇ ਆ, ਬਾਇਓਗ੍ਰਾਫੀਜ਼ ਲਿਖਦੇ ਆ, ਤਾਂ ਉੱਥੇ ਕਈ ਵਾਰ ਤਾਂ ਉਹ ਹੂਬਹੂ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਆਪਣੇ ਆਪ ਨੂੰ ਬਖਸ਼ਣਾ ਵੀ ਨਹੀਂ ਹੁੰਦਾ, ਪਰ ਕਈ ਵਾਰ ਮੈਂ ਇਹ ਦੇਖਿਆ ਕਿ ਉਹ ਕੁਛ ਜਿਹੜੀਆਂ ਆਪਣੀਆਂ ਜਿਹੜੀਆਂ ਕਿੱਸੇ ਕਹਾਣੀਆਂ ਜਾਂ ਆਪਣੇ ਰੈਫਰੈਂਸਿਸ ਕੁਛ ਇਸ ਤਰੀਕੇ ਦੇ ਨਾਲ ਸ਼ੂਗਰ ਕੋਟਡ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਾਂ ਯਾਰ ਮੈਂ ਆਪਣਾ ਆਪ ਥੋੜ੍ਹਾ ਜਿਹਾ ਬਚਾ ਲਵਾਂ ਅਤੇ ਆਪਣੀ ਜਿਹੜੀ ਹੀਰੋਇਜ਼ਮ ਹੈ ਉਹ ਥੋੜ੍ਹਾ ਜ਼ਿਆਦਾ ਦਿਖਾ ਦਿਆਂ। ਸੋ ਇਸ ਤਰ੍ਹਾਂ ਦਾ ਵੀ ਸਾਨੂੰ ਪ੍ਰਭਾਵ ਤਾਂ ਮਿਲਦਾ, ਉਹ ਤਾਂ ਸੁਭਾਵਿਕ ਹੈ ਮੈਨੂੰ ਲੱਗਦਾ ਫਿਰ ਇਨਸਾਨ ਦਾ। ਜਦੋਂ ਅਸੀਂ ਪੜ੍ਹਦੇ ਹਾਂ ਨਾ ਜੀ, ਉਦੋਂ ਸਾਨੂੰ ਪਤਾ ਲੱਗਦਾ, ਜਦੋਂ ਤੁਸੀਂ ਸਵੈ ਜੀਵਨੀ ਦੀ ਗੱਲ ਕੀਤੀ ਆ, ਚਲੋ ਆਪਾਂ ਰਸੀਦੀ ਟੈਕਟ ਦੀ ਗੱਲ ਕਰ ਲੈਂਦੇ ਹਾਂ। ਅੰਮ੍ਰਿਤਾ ਪ੍ਰੀਤਮ ਨੇ ਰਸੀਦੀ ਟੈਕਟ ਲਿਖੀ ਆ, ਉਹ ਸੈਲਫ ਪ੍ਰੋਪੇਗੇਸ਼ਨ ਆ, ਉਹ ਇੱਕ ਸੈਲਫ ਪ੍ਰੋਪੇਗੈਂਡਾ ਹੈ, ਉਹ ਹੀਰੋਇਜ਼ਮ ਆਪਣਾ ਨਾਲ ਦਿਖਾਇਆ। ਅਤੇ ਹਾਂਜੀ, ਉਹਨਾਂ ਨੇ ਆਪਣਾ ਹੀ ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਉਹ ਚੀਜ਼ਾਂ ਦੀ ਐਗਜ਼ੀਬਿਸ਼ਨਿਜ਼ਮ ਆ, ਮਤਲਬ ਠੀਕ ਹੈ, ਦਿਖਾਵਾ ਜ਼ਿਆਦਾ ਹੈ। ਅਤੇ ਜਦੋਂ ਆਟੋਬਾਇਓਗ੍ਰਾਫੀ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਆ, ਉਹਦੇ ਵਿੱਚ ਮੈਂ ਕਈ ਵਾਰੀ ਕਈ ਆਟੋਬਾਇਓਗ੍ਰਾਫੀਜ਼ ਪੜ੍ਹੀਆਂ, ਅਤੇ ਮੋਸਟ ਆਫ ਦਾ ਰਾਈਟਰਸ ਦੇ ਕਨਸੀਲ ਟੂ ਰਿਵੀਲ ਐਂਡ ਮੋਸਟ ਆਫ ਦੈਮ ਦੇ ਰਿਵੀਲ ਟੂ ਕਨਸੀਲ। ਦੈਟਸ ਵੈਰੀ ਇੰਪੋਰਟੈਂਟ। ਬਹੁਤ ਵਧੀਆ ਗੱਲ ਕੀਤੀ ਤੁਸੀਂ। ਇਹ ਜ਼ਰੂਰੀ ਹੁੰਦਾ ਹੈ, ਇਹ ਹੋਣਾ, ਇਹ ਲਾਜ਼ਮੀ ਹੈ, ਇਸੇ ਤਰ੍ਹਾਂ ਹੁੰਦਾ ਹੈ। ਰਾਈਟ। ਤੁਸੀਂ ਆਪਣੇ ਆਪ ਨੂੰ ਮਤਲਬ ਕਿਸੇ ਤਰੀਕੇ ਨਾਲ ਪਿਟੀਲੈਸਲੀ, ਹਾਂਜੀ, ਕਲੀਨਿਕਲੀ ਐਜ਼ ਏ ਸਰਜਨ ਤੁਸੀਂ ਪੇਸ਼ ਕਰਦੇ ਆ ਕਿ ਤੁਸੀਂ ਸਿਰਫ ਜੋ ਪਹਿਲਾਂ ਲਿਖਿਆ ਹੈ ਜਾਂ ਤੁਸੀਂ ਇੱਕ ਆਪਣੀ ਐਡਵਰਟੀਜ਼ਮੈਂਟ ਕਰ ਰਹੇ ਆ। ਅਤੇ ਮੋਸਟ ਆਫ ਦਾ ਆਟੋਬਾਇਓਗ੍ਰਾਫੀਜ਼
ਆਰ ਐਡਵਰਟਾਈਜ਼ਮੈਂਟਸ। Okay. ਪਰ ਜਿਸ ਤਰ੍ਹਾਂ ਪੈਟਰਿਕ ਵਾਈਟ ਆਸਟ੍ਰੇਲੀਅਨ ਨੋਵਲਿਸਟ ਆ, ਹਾਂਜੀ। ਉਹਦੀ ਆਟੋਬਾਇਓਗ੍ਰਾਫੀ ਆਈ ਐਨਿਗਮਾ ਆਫ ਅਰਾਈਵਲ। ਉਹਦੇ ਵਿੱਚ ਉਹਨੇ ਕੋਈ ਕਸਰ ਨਹੀਂ ਛੱਡੀ ਆਪਣੇ ਆਪ ਦੀ ਆਲੋਚਨਾ ਕਰਨ ਦੀ। ਰਾਈਟ। ਉਹਦਾ ਨਾਮ ਹੈਗਾ ਐਨਿਗਮਾ ਆਫ ਅਰਾਈਵਲ। ਓਕੇ ਜੀ। ਅੱਛਾ ਡਾਕਟਰ ਸਾਹਿਬ, ਜਦੋਂ ਮੈਂ ਦੇਖਦਾ ਕਿ ਆਪਾਂ ਲਿਖਣ ਦਾ ਸ਼ੌਂਕ ਵੀ ਹੋਣਾ ਚਾਹੀਦਾ ਹੈ, ਅਤੇ ਨਾਲ ਦੀ ਨਾਲ ਇਕੱਲਾ ਸ਼ੌਂਕ ਹੀ ਨਹੀਂ ਬਲਕਿ ਤੁਹਾਡੀ ਇੱਕ ਅਪਰੋਚ ਬੜੀ ਕ੍ਰਿਟਿਕ ਰੂਪ ਦੇ ਵਿੱਚ, ਜਿਵੇਂ ਤੁਸੀਂ ਵੀ ਹੁਣ ਦੱਸ ਰਹੇ ਹੋ ਕਿ ਉੱਥੇ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਕਿ ਜਿਹੜਾ ਮਰਜ਼ੀ ਕਵੇ ਕਿ ਮੈਂ ਲਓ ਜੀ ਪੈਨ ਚੱਕਿਆ ਤਾਂ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਪਰ ਸੇਮ ਟਾਈਮ 'ਤੇ ਮੈਂ ਇਹ ਵੀ ਗੱਲ ਨਾਲ ਹੀ ਤੁਹਾਡੇ ਤੋਂ ਥੋੜ੍ਹਾ ਜਿਹਾ ਹੈਲਪ ਲੈਣੀ ਚਾਹਾਂਗਾ ਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਰਿਸਰਚਰ ਦੇ ਲੈਵਲ ਦੇ ਉੱਪਰ ਬਹੁਤ ਜ਼ਿਆਦਾ ਡੂੰਘੇ ਗੁਣੀ ਗਿਆਨੀ ਨਹੀਂ ਵੀ ਹੈ, ਜਿਹੜਾ ਕੋਈ ਆਪਣੇ ਲਿਮਿਟਿਡ ਸੋਰਸਿਸ ਦੇ ਨਾਲ, ਲਿਮਿਟਿਡ ਟਾਈਮ ਦੇ ਨਾਲ ਉਹਨੂੰ ਲੱਗੇ ਕਿ ਮੈਂ ਕੁਛ ਨਾ ਕੁਛ ਆਪਣਾ ਇੱਕ ਹੌਬੀ ਦੇ ਤੌਰ ਦੇ ਉੱਤੇ ਇਸ ਚੀਜ਼ ਨੂੰ ਅੱਗੇ ਤੋਰਨਾ, ਅਤੇ ਜਦੋਂ ਸਮਾਂ ਅੱਗੇ ਵਧੇਗਾ, ਏਜ ਦਾ ਐਕਸਪੀਰੀਅੰਸ, ਤਜਰਬਾ ਕੰਮ ਦਾ ਜਾਂ ਹੋਰ ਚੀਜ਼ਾਂ ਦਾ, ਤਾਂ ਫਿਰ ਹੋ ਸਕਦਾ ਉਹ ਬੰਦਾ ਕਹੇ ਵੀ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਰੱਖ ਰਿਹਾ ਹਾਂ ਇਹਨਾਂ ਨੂੰ ਫਿਰ ਇੱਕ ਰੈਫਰੈਂਸ ਬਣਾਵਾਂਗੇ। ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੋ ਕਿ ਲਿਖਣ ਦੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ 'ਚ ਜਿਹੜੀ ਕਮੀ ਆ ਗਈ ਹੈ, ਅਸੀਂ ਲਿਖਣ ਦਾ ਟਾਈਮ ਨਹੀਂ ਕੱਢ ਰਹੇ, ਅਸੀਂ ਪੜ੍ਹਨ ਦਾ ਟਾਈਮ ਨਹੀਂ ਕੱਢ ਰਹੇ, ਅਸੀਂ ਜ਼ਿਆਦਾਤਰ ਹੁਣ ਡਿਜੀਟਲਾਈਜ਼ ਹੋ ਗਿਆ ਸਭ ਕੁਛ, ਅਸੀਂ ਵੀਡੀਓਜ਼ ਜਾਂ ਆਡੀਓਜ਼ ਜਾਂ ਉਹਦੇ ਦੁਆਲੇ ਤੱਕ ਹੀ ਜ਼ਿਆਦਾਤਰ ਪਾਪੂਲੇਸ਼ਨ ਹੈ ਉਹ ਸੀਮਤ ਰਹਿ ਗਈ ਹੈ। ਥੋੜ੍ਹਾ ਜਿਹਾ ਉਹਨਾਂ ਨੂੰ ਟਿਪਸ ਦੇਣੇ ਚਾਹੋ, ਕਿਉਂਕਿ ਇਹ ਦੂਰਗਾਮੀ ਪ੍ਰਭਾਵ ਜਦੋਂ ਦੇਖਣੇ ਆ, ਦੂਰ ਦ੍ਰਿਸ਼ਟੀ ਦੇ ਨਾਲ ਜਦੋਂ ਕਿਸੇ ਚੀਜ਼ ਨੂੰ ਮੁਲਾਂਕਣ ਕਰਨਾ, ਅਤੇ ਤੁਸੀਂ ਕੀ ਦੇਖਦੇ ਹੋ ਇਸ ਗੱਲ ਦੇ ਬਾਰੇ 'ਚ? ਉਹ ਜਿਸ ਤਰ੍ਹਾਂ ਮੈਂ ਇੱਕ ਸ਼ਬਦ ਪਹਿਲਾਂ ਵਰਤਿਆ ਜੀ ਕਿ ਸੁਪਰਫਿਸ਼ੀਅਲ, ਜਿਹੜੀ ਸੁਪਰਫਿਸ਼ੀਐਲਿਟੀ ਆ ਨਾ ਜਿਹੜੀ, ਹਾਂਜੀ, ਉਹ ਨਿਊਜ਼ ਵਿੱਚ ਵੀ ਹੋਣੀ ਆ, ਉਹ ਲੋਕਾਂ ਦੇ ਵਿਊਜ਼ ਵਿੱਚ ਵੀ ਹੋਣੀ ਆ, ਉਹ ਮੇਰੇ ਵਿਊਜ਼ ਵਿੱਚ ਵੀ ਹੋਣੀ ਆ। ਹਾਂਜੀ। ਪਰ ਉਹਨੂੰ ਥੋੜ੍ਹਾ ਜਿਹਾ ਇੰਨਾ ਸੱਜਰਾ ਤਾਂ ਰੱਖਣਾ ਚਾਹੀਦਾ, ਪਰ ਉਹਦੀ ਸੀਜ਼ਨਿੰਗ ਕਰਨੀ ਬੜੀ ਜ਼ਰੂਰੀ ਹੈ। ਥੋੜਾ ਐਕਸਪਲੇਨ ਕਰੋ ਸੀਜ਼ਨਿੰਗ। ਜਿਸ ਤਰ੍ਹਾਂ ਸੀਜ਼ਨਿੰਗ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਕੋਈ ਮੇਰੇ ਕੋਲ ਆਈਡੀਆ ਆ, ਹਾਂਜੀ, ਕੋਈ ਵਿਚਾਰ ਮੇਰੇ ਮਨ 'ਚ ਆਇਆ, ਹਾਂਜੀ, ਅਤੇ ਮੈਂ ਇਹ ਸਮਝੀ ਜਾਵਾਂ ਜਿਹੜਾ ਕਿ ਮੈਨੂੰ ਨਹੀਂ ਸਮਝਣਾ ਚਾਹੀਦਾ ਕਿ ਉਹ ਫਾਈਨਲ ਆ। ਓਕੇ, ਫਾਈਨਲ ਨਹੀਂ ਸਮਝਣਾ ਚਾਹੀਦਾ, ਡਰਾਫਟ ਟੈਂਟੇਟਿਵ ਆ, ਡਰਾਫਟ ਬਣਾ ਲੈਣਾ। ਮੈਂ ਵੈਸੇ ਡਰਾਫਟ ਨਹੀਂ ਬਣਾਉਂਦਾ ਜੀ। ਅੱਛਾ। ਅਤੇ ਮੈਂ ਤਾਂ ਇੱਕ ਮੈਂਟਲ ਪਿਕਚਰ ਹੁੰਦੀ ਆ, ਓਕੇ, ਇੱਕ ਓਬਜ਼ਰਵੇਸ਼ਨ ਹੁੰਦੀ ਆ ਕੋਈ ਕਿਸੇ ਵੀ ਆਈਡੀਆ ਦੀ, ਓਕੇ, ਅਤੇ ਉਹ ਜਿਹੜਾ ਆਈਡੀਆ ਹੈ ਬਹੁਤ ਦੇਰ ਤੱਕ ਨਰਚਰ ਕਰਦਾ ਰਹਿਣਾ, ਮੈਂ ਉਹਨੂੰ ਪਾਲਦਾ ਰਹਿਣਾ। ਉਹਦਾ ਜੈਸਟੇਸ਼ਨ ਪੀਰੀਅਡ ਹੁੰਦਾ ਆ, ਹਾਂਜੀ, ਜਿਸ ਤਰ੍ਹਾਂ 9 months ਬੱਚੇ ਦਾ, ਹਾਂਜੀ, ਇਸ ਦੁਨੀਆ ਤੋਂ ਆਉਣ ਤੋਂ ਪਹਿਲਾਂ ਹੁੰਦਾ ਆ, ਹਾਂਜੀ। ਉਹ ਹੁਣ ਇਹ 9 months ਤਾਂ ਨਹੀਂ ਹੁੰਦਾ, ਕਈ ਵਾਰੀ ਪਤਾ ਨਹੀਂ ਕਿੰਨੇ ਮਹੀਨੇ ਹੋ ਜਾਣ। ਕਈ ਵਾਰੀ ਕੀ ਹੁੰਦਾ ਹੈ ਕਿ ਉਹ ਜਿਹੜਾ ਅਸੀਂ ਬੱਚਾ ਪਾਲ ਰਹੇ ਹਾਂ ਜੀ ਐਜ਼ ਏ ਕ੍ਰੀਏਟਿਵ ਪੀਸ, ਹਾਂਜੀ, ਤਾਂ ਉਹ ਕਈ ਵਾਰੀ ਅਬੋਰਸ਼ਨ ਵੀ ਹੋ ਜਾਂਦੀ ਉਹਨਾਂ ਆਈਡੀਆਜ਼ ਦੀ। ਓਕੇ। ਪਰ ਪਰਪੱਕਤਾ ਜਿਹੜੀ ਆ ਉਹ ਤਾਂ ਆ ਸਕਦੀ ਹੈ ਜੀ ਜੇ ਅਸੀਂ ਸਿਰਫ ਆਪਣੇ ਵਿਚਾਰਾਂ ਨੂੰ ਹੀ ਤਰਜੀਹ ਨਾ ਦਈਏ, ਆਲੇ ਦੁਆਲੇ ਸਾਡੇ ਕੀ ਵਾਪਰਦਾ ਆ ਉਹਨੂੰ ਵੀ ਪੜ੍ਹੀਏ, ਉਹਨੂੰ ਵੀ ਸੁਣੀਏ, ਓਕੇ, ਅਤੇ ਤਾਂ ਜਿਹੜਾ ਆ ਅਸੀਂ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ, ਮਤਲਬ ਸਦੀਵੀ ਤੌਰ 'ਤੇ ਜੇ ਆਪਾਂ ਵਿਚਰਨਾ ਹੈ ਸਮਾਜ 'ਚ, ਹਾਂਜੀ, ਜਾਂ ਲਿਟਰੇਚਰ ਦੇ ਵਿੱਚ ਵਿਚਰਨਾ ਆ, ਹਾਂਜੀ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ। ਅੱਛਾ, ਲਿਖਣ ਦੀ ਜੇ ਆਪਾਂ, ਮੇਰੇ ਨਾਲ ਇੱਕ ਕਾਲਰ ਨੇ ਕਾਫੀ ਦੇਰ ਦੇ, ਸ਼ਾਇਦ ਆਪਣੀ ਗੱਲਬਾਤ 'ਚ ਹੀ ਕੁਛ ਸਾਂਝ ਪਾਉਣੀ ਚਾਹੁੰਦੇ ਹੋਣ, ਕੁਲਵੰਤ ਜੌਲ ਸਾਹਿਬ ਨੇ। ਹਾਂਜੀ ਜੌਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ? ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਤੇ ਸਾਡੇ ਪ੍ਰੋਫੈਸਰ ਸਾਹਿਬ ਨੂੰ, ਡਾਕਟਰ ਸਾਹਿਬ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਪਿੰਡ ਨੇ ਬਹੁਤ ਹੀ ਵਧੀਆ ਨਿਹਾਲ ਹੀਰੇ ਪੈਦਾ ਕੀਤੇ ਆ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ। ਜਿੱਦਾਂ ਪ੍ਰੋਫੈਸਰ ਸਾਹਿਬ ਆ, ਜਾਂ ਪਹਿਲਾਂ ਆਜ਼ਾਦੀ ਘੁਲਾਟੀਏ ਆ, ਜਾਂ ਪੋਲੀਟੀਸ਼ੀਅਨ ਆ, ਹਰ ਇੱਕ ਤਰ੍ਹਾਂ ਦਾ ਰੰਗ ਸਾਡੇ ਪਿੰਡ ਨੇ ਕੀਤਾ ਹੈ। ਮੈਂ ਵੀ ਜੰਡਿਆਲੇ ਤੋਂ ਹਾਂ ਜੀ, ਅਤੇ ਬਹੁਤ ਮਿਹਰਬਾਨੀ ਇਹਨਾਂ ਦੀ। ਔਰ ਬੇਨਤੀ ਕਰੂੰਗਾ ਕਿ ਜੇ ਮੇਰਾ ਨੰਬਰ ਇਹਨਾਂ ਨੂੰ ਦੇ ਦਿਓ, ਅਤੇ ਬਾਅਦ ਵਿੱਚ ਜੇ ਕਾਂਟੈਕਟ ਕਰ ਲੈਣ ਤਾਂ ਵੀ ਗੱਲਬਾਤ ਕਰ ਲਾਂਗੇ। ਹਾਂਜੀ, ਜ਼ਰੂਰ ਕਰਾਂਗੇ ਜੀ, ਜ਼ਰੂਰ ਤੁਹਾਡਾ ਨੰਬਰ ਲਵਾਂਗੇ, ਜ਼ਰੂਰ ਕਾਂਟੈਕਟ ਕਰੂੰਗਾ ਜੀ। ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਜੌਲ ਸਾਹਿਬ, ਠੀਕ ਹੈ ਜੀ? ਠੀਕ ਹੈ ਜੀ, ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ, ਵੈਸੇ ਜੇ ਤੁਹਾਡੇ ਬਾਰੇ ਇੱਕ ਵਾਰੀ ਫਿਰ ਸਾਡੇ ਸਰੋਤੇ ਜਿਹੜੇ ਇਸ ਵੇਲੇ ਜੁੜੇ ਹੋਏ ਨੇ, ਔਰ ਈਵਨ ਤੁਸੀਂ ਸਾਨੂੰ TV ਦੇ ਉੱਪਰ ਵੀ ਇਸ ਵੇਲੇ ਦੇਖ ਰਹੇ ਹੋਵੋਗੇ, IPTV ਦੇ ਜ਼ਰੀਏ, ਜਾਂ ਫਿਰ ਸਾਡੇ ਫੇਸਬੁੱਕ ਅਕਾਊਂਟ 'ਤੇ ਵੀ ਅਸੀਂ ਆਪਣੀ ਇਸ ਵੇਲੇ ਜਿਹੜੀ ਗੱਲਬਾਤ ਉਹਨੂੰ ਲਾਈਵ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਸੋ ਜਿਹੜੇ ਵੀ ਸਾਡੇ ਦੋਸਤ ਡਾਕਟਰ ਸਾਹਿਬ ਨੂੰ ਇਸ ਵੇਲੇ ਸੁਣ ਰਹੇ ਨੇ, ਜਿਵੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਰਿਲੇਟ ਕਰ ਰਹੇ ਹੋਣਗੇ ਸਾਡੇ ਸਰੋਤੇ ਡਾਕਟਰ ਸਾਹਿਬ, ਚਾਹੇ ਤੁਸੀਂ ਇੱਕ ਰਾਈਟਰ ਦੇ ਤੌਰ 'ਤੇ, ਜਰਨਲਿਸਟ ਦੇ ਤੌਰ 'ਤੇ, ਰੇਡੀਓ ਜੌਕੀ ਦੇ ਤੌਰ 'ਤੇ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਕ੍ਰਿਟਿਕ ਦੇ ਤੌਰ ਦੇ ਉੱਤੇ ਵਿਚਰਦੇ ਰਹੇ ਹੋ, ਤੁਹਾਡੀਆਂ ਜਿਹੜੀਆਂ ਇਹ ਅਲੱਗ-ਅਲੱਗ ਕਰੀਅਰ ਦੀਆਂ ਜਿਹੜੀਆਂ ਡਿਊਟੀਜ਼ ਨੇ, ਉਹਨਾਂ ਸਾਰੀਆਂ ਨੂੰ ਫਿਰ ਕਿਵੇਂ ਤੁਸੀਂ ਬੈਲੈਂਸ ਕਿਵੇਂ ਰੱਖਦੇ ਰਹੇ ਹੋ? ਕਈ ਵਾਰੀ ਬੰਦਾ ਕਹਿ ਦਿੰਦਾ ਯਾਰ ਕਿ ਮੈਂ ਤਾਂ ਇੱਕੋ ਚੀਜ਼ 'ਚ ਹੀ ਪਰਫੈਕਟਲੀ ਅੱਗੇ ਜਾਣਾ। ਤੁਹਾਨੂੰ ਮੈਂ ਦੇਖਾਂ, ਹੁਣ ਤੁਹਾਡੀਆਂ ਕਿਤਾਬਾਂ ਦੀ ਗੱਲ ਕਰਾਂ, ਤੁਹਾਡੀਆਂ ਲਿਖਤਾਂ ਦੀ ਗੱਲ ਕਰਾਂ, ਤੁਸੀਂ ਅੰਗਰੇਜ਼ੀ 'ਚ ਵੀ ਲਿਖਦੇ ਹੋ, ਪੰਜਾਬੀ 'ਚ ਵੀ ਲਿਖਦੇ ਹੋ, ਤੁਸੀਂ ਸਾਹਿਤ ਵੀ ਲਿਖ ਰਹੇ ਹੋ, ਤੁਸੀਂ ਐਜ਼ ਏ ਰਿਪੋਰਟਰ, ਐਜ਼ ਏ ਜਰਨਲਿਸਟ, ਐਜ਼ ਏ ਪੱਤਰਕਾਰ ਜਿਹੜੀ ਅਪਰੋਚ ਹੁੰਦੀ ਹੈ ਉਹ ਵੀ ਤੁਹਾਡੀ ਹੈ। ਇਹ ਸਾਰੀਆਂ ਇੰਨੀਆਂ ਡਾਇਮੈਂਸ਼ਨਸ ਨੂੰ ਕਿਵੇਂ ਬੈਲੈਂਸ ਕਰ ਰਹੇ ਹੋ?
ਬੈਲੈਂਸ ਕਰਨ ਦੇ ਲਈ ਜੋ ਮੈਂ ਮਹਿਸੂਸ ਕੀਤਾ ਹੈ ਜੀ, ਉਹ ਜੋ ਮੈਂ ਕਰਦਾ ਵੀ ਹਾਂ ਪ੍ਰੈਕਟੀਕਲੀ, ਹਾਂਜੀ ਉਹ ਹੈਗੀ ਹੈ ਜੀ ਸ਼ੀਅਰ ਹਾਰਡ ਵਰਕ। ਰਾਈਟ ਕਿਉਂਕਿ ਸ਼ੀਅਰ ਹਾਰਡ ਵਰਕ ਆ ਜਿਹੜਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੰਡਸਟਰੀ ਆ, ਹਾਂਜੀ ਯਾਨੀ ਇੰਡਸਟਰੀ ਮਤਲਬ ਜਿਹੜੀ ਮਿਹਨਤ ਹੈ, ਇੰਡਸਟਰੀਅਸ ਹੋਣਾ ਹੈ ਜਿਹੜਾ, ਹਾਂਜੀ ਉਹਦਾ ਕੋਈ ਬਦਲ ਹੈ ਨਹੀਂ ਜੀ। ਰਾਈਟ ਮਿਹਨਤ ਹੋਣਾ, ਲਗਨ ਹੋਣੀ, ਹਾਂਜੀ ਔਰ ਜੇ ਲਗਨ ਹੈਗੀ ਆ, ਮਿਹਨਤ ਹੈਗੀ ਆ, ਤਾਂ ਹੀ ਤੁਸੀਂ ਸਟੱਡੀ ਕਰ ਸਕਦੇ ਹੋ। ਤੁਸੀਂ ਜੇ ਆਪਣੀ ਕਿਤਾਬਾਂ ਦਾ ਥੋੜਾ ਰੈਫਰੈਂਸ ਦੇਣਾ ਚਾਹੋ, ਕਿਹੜੇ ਵਿਸ਼ਿਆਂ ਦੇ ਉੱਪਰ, ਜੇ ਹੁਣ ਆਪਾਂ ਇਹੀ ਦੇਖਾਂ ਤਾਂ ਤੁਹਾਡੀਆਂ ਕਵਿਤਾਵਾਂ ਦੇ ਰੂਪ 'ਚ ਜਾਂ ਵਾਰਤਕ ਦੇ ਰੂਪ 'ਚ ਜਾਂ ਹੋਰ ਕਿਹੜੇ ਪੁਆਇੰਟ ਤੋਂ ਤੁਸੀਂ ਲਿਖਿਆ ਹੋਇਆ? ਜੇ ਮੈਨੂੰ ਥੋੜਾ ਕਿਤਾਬਾਂ ਵੀ ਆਪਾਂ, ਸਾਡੇ ਜਿਹੜੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ, ਮੈਂ ਜ਼ਰੂਰ ਚਾਹਾਂਗਾ ਜੇ ਤੁਸੀਂ ਉਹਨਾਂ ਨੂੰ ਦਿਖਾ ਦਿਓ, ਇਹਨਾਂ ਦੇ ਕਵਰ ਪੇਜ ਵੀ, ਕਵਰ ਬੁੱਕ ਦੇ ਦਿਖਾ ਕੇ, ਤੇ ਥੋੜਾ ਇਹਨਾਂ ਦੇ ਰੈਫਰੈਂਸ ਦੇਣਾ ਚਾਹੋ ਵੀ ਕਿਹੜੀਆਂ ਵੰਨਗੀਆਂ 'ਚ ਲਿਖਿਆ ਤੁਸੀਂ? ਮੈਂ ਜ਼ਰੂਰ ਦਿਖਾ ਰਿਹਾ ਜੀ। ਹਾਂਜੀ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਕਿ ਮੈਂ ਇੱਥੇ ਕੈਨੇਡਾ ਕਿਸ ਤਰ੍ਹਾਂ ਆਇਆ ਸੀ। ਠੀਕ ਹੈ ਜੀ। ਤੇ ਮੈਂ ਕੋਈ ਮੈਰਿਜ ਬੇਸਿਸ ਤੇ ਨਹੀਂ ਆਇਆ ਜੀ, ਜੀ ਕੋਈ ਕਿਸੇ ਹੋਰ ਢੰਗ ਤਰੀਕੇ ਨਾਲ ਨਹੀਂ ਆਇਆ, ਗਲਤ ਜਾਂ ਸਹੀ ਨਾ। ਮੈਨੂੰ ਇੱਥੇ ਦੀ ਗਵਰਨਮੈਂਟ ਨੇ ਹਾਂਜੀ 89 ਦੇ ਵਿੱਚ ਹਾਂਜੀ ਮੈਨੂੰ ਫੈਲੋਸ਼ਿਪ ਦਿੱਤੀ ਸੀ, ਓਕੇ ਪੋਸਟ ਡਾਕਟਰਲ ਫੈਲੋਸ਼ਿਪ, ਅੱਛਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਤਾਂ ਮੈਂ ਇਸ ਤਰ੍ਹਾਂ ਆਇਆ ਸੀ ਇੱਥੇ, ਵੈਰੀ ਗੁੱਡ। ਤੇ ਇੱਥੇ ਆ ਕੇ ਫਿਰ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਜੀ ਜਰਨਲਿਜ਼ਮ ਵਿੱਚ, ਠੀਕ ਹੈ। ਐਡਵਾਂਸਡ। ਉਹ ਕਿਹੜੀ ਜਗ੍ਹਾ ਇੱਥੇ ਕੀਤਾ? ਇੱਥੇ ਮੈਂ ਹੰਬਰ ਕਾਲਜ ਤੋਂ ਕੀਤਾ, ਹੰਬਰ ਕਾਲਜ ਤੋਂ। ਅੱਛਾ ਜੀ। ਐਫੀਲੀਏਟਡ ਟੂ ਗੁਐਲਫ ਯੂਨੀਵਰਸਿਟੀ। ਜੀ ਜੀ ਹਾਂਜੀ। ਔਰ ਉਹ ਮੈਂ 2 ਸਾਲ ਦਾ ਫੁੱਲ ਟਾਈਮ ਡਿਪਲੋਮਾ ਕੀਤਾ ਜੀ, ਅੱਛਾ ਐਡਵਾਂਸਡ। ਵੈਰੀ ਗੁੱਡ। ਔਰ ਮੈਂ ਡੀਨਸ ਸਟੂਡੈਂਟ ਰਿਹਾ। ਦੈਟਸ ਗੁੱਡ। ਤੇ ਜਿਹੜਾ ਤੁਸੀਂ ਪਹਿਲਾਂ ਤੁਹਾਡਾ ਕੁਐਸਚਨ ਸੀ, ਉਹਦਾ ਇਹ ਆਨਸਰ ਅਗਰ ਮੈਂ ਦੇਣ ਦੀ ਕੋਸ਼ਿਸ਼ ਕਰਾਂ ਤਾਂ ਉਹ ਇਹ ਹੋ ਜਾਂਦਾ ਹੈ ਜੀ ਕਿ ਇੱਕ ਕੁਦਰਤੀ ਤੌਰ 'ਤੇ ਮੈਂ ਕਹਿ ਸਕਦਾ ਹਾਂ ਕਿ ਉਹ ਇਸ ਤਰ੍ਹਾਂ ਦੀ ਇੱਕ ਪ੍ਰੋਸੈਸ ਚੱਲਣ ਲੱਗ ਪਿਆ, ਜਿਸ 'ਚ ਕਿ ਜਰਨਲਿਜ਼ਮ ਵੀ ਆ ਗਿਆ, ਕ੍ਰਿਟਿਸਿਜ਼ਮ ਵੀ ਆ ਗਿਆ, ਕ੍ਰੀਏਟਿਵਿਟੀ ਵੀ ਆ ਗਈ। ਰਾਈਟ। ਜਿਹੜੀ ਕ੍ਰੀਏਟਿਵ ਇਨਸਟਿੰਕਟ ਸੀ ਉਹ ਥੋੜ੍ਹੀ ਦੇਰ ਮੇਰੀ ਮੱਧਮ ਪੈ ਗਈ। ਉਹ ਕਿਉਂ? ਉਹ ਕਿਉਂਕਿ ਕਹਿ ਸਕਦੇ ਹਾਂ ਜੀ ਕਿ ਆਈ ਸਟਾਰਟਡ ਪਲੇਇੰਗ ਔਨ ਡਿਫਰੈਂਟ ਗੈਮਟ। ਓਕੇ। ਮਿਊਜ਼ਿਕ ਦੇ ਜਿਸ ਤਰ੍ਹਾਂ ਗੈਮਟ ਹੁੰਦੇ ਆ ਨਾ, ਉਹ ਮੈਂ ਕ੍ਰਿਟਿਸਿਜ਼ਮ ਵੀ ਕਰਨ ਲੱਗ ਪਿਆ। ਤੇ ਕਿਉਂਕਿ ਬੁੱਕ ਰਿਵਿਊਜ਼ ਮੈਂ ਬਹੁਤ ਕੀਤੇ ਆ, ਹੰਡਰਡਸ ਆਫ ਬੁੱਕਸ ਤੇ ਮੈਂ ਰਿਵਿਊ ਕੀਤੇ ਆ ਜੀ। ਓਕੇ। ਪੰਜਾਬੀ 'ਚ ਵੀ, ਇੰਗਲਿਸ਼ 'ਤੇ ਵੀ, ਉਹ ਛਪੇ ਆ, ਵੱਖਰੀਆਂ ਅਖਬਾਰਾਂ 'ਚ ਛਪੇ ਆ। ਹਾਂਜੀ। ਔਰ ਮੈਂ 1983 ਵਿੱਚ ਤੁਹਾਨੂੰ ਮੈਂ ਅਰਜ਼ ਕੀਤੀ ਹੈ ਹਾਂਜੀ ਕਿ ਮੈਂ ਬੁੱਕ ਰਿਵਿਊਜ਼ ਕਰ ਰਿਹਾ, ਲਗਾਤਾਰ ਕਰ ਰਿਹਾ। ਹਾਂਜੀ। ਜਿਹੜੇ ਬੁੱਕ ਰਿਵਿਊਜ਼ ਹੁੰਦੇ ਆ ਉਹ ਤੁਹਾਡੀ ਕ੍ਰਿਟਿਸਿਜ਼ਮ ਦੀ ਸਟਰੀਮ 'ਚ ਆ ਜਾਂਦੇ ਆ। ਠੀਕ ਹੈ। ਜਦੋਂ ਮੈਂ ਜਰਨਲਿਜ਼ਮ ਕਰ ਰਿਹਾ ਸੀ ਤਾਂ ਮੇਰੇ ਮਨ 'ਚ, ਜਿਸ ਤਰ੍ਹਾਂ ਜਰਨਲਿਜ਼ਮ ਵਿੱਚ ਸਿਖਾਲਦੇ ਵੀ ਆ, ਹਾਂਜੀ, ਕੁਛ ਆਪਣੀ ਵੀ ਇੱਕ ਥੋੜ੍ਹੀ ਜਿਹੀ ਚੇਟਕ ਵੀ ਹੁੰਦੀ ਆ। ਹਾਂਜੀ। ਤੇ ਮੈਂ ਇਹ ਸਮਝਦਾ ਸੀ ਕਿ ਜਿਹੜਾ ਇਹਦੇ ਨਾਲ ਜਿਹੜਾ ਸਮਾਜ ਨੂੰ ਇੱਕ ਦਿਸ਼ਾ ਦਿੱਤੀ ਜਾ ਸਕਦੀ। ਹੁਣ ਅਸੀਂ ਕਿਉਂਕਿ ਇਸ ਨਾਰਥ ਅਮਰੀਕਨ ਕਲਚਰ 'ਚ ਕੰਮ ਕਰ ਰਹੇ ਇਸ ਵੇਲੇ, ਤੇ ਅਸੀਂ ਸਾਊਥ ਏਸ਼ੀਅਨ ਕਲਚਰ ਨੂੰ ਵੀ ਨਹੀਂ ਛੱਡ ਸਕਦੇ ਕਿਉਂ ਸਾਡੀਆਂ ਰੂਟਸ ਆ। ਨਹੀਂ ਤਾਂ ਸਾਡੀਆਂ ਬ੍ਰਾਂਚਿਸ ਆ ਜਿਹੜੀਆਂ ਉਹ ਗ੍ਰੀਨ ਨਹੀਂ ਰਹਿਣੀਆਂ ਜੇ ਅਸੀਂ ਆਪਣੀਆਂ ਰੂਟਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਰਕਿਨਾਰ ਕਰ ਦਿੱਤਾ, ਇਗਨੋਰ ਕਰ ਦਿੱਤਾ, ਜਾਂ ਉਹਦੀ ਜਾਂਚ ਪੜਤਾਲ ਨਾ ਕੀਤੀ। ਤਾਂ ਬਣ ਇਹ ਜਾਂਦੀ ਹੈ ਗੱਲ ਕਿ ਅਸੀਂ ਨਾਰਥ ਅਮਰੀਕਨ ਵੀ ਰਹਿਣਾ ਔਰ ਅਸੀਂ ਸਾਊਥ ਏਸ਼ੀਅਨ ਵੀ ਰਹਿਣਾ, ਸਾਡੀਆਂ ਰੂਟਸ ਉੱਥੇ ਆ। ਫਿਰ ਪੁਣ ਛਾਣ ਕਰਨੀ ਪੈਂਦੀ ਹੈ। ਓਕੇ। ਜਿਸ ਤਰ੍ਹਾਂ ਮੇਰੀ ਪਹਿਲੀ ਕਿਤਾਬ ਆ, ਹਾਂਜੀ, ਸਭ ਤੋਂ ਪਹਿਲੀ ਮੈਂ ਕਹਾਣੀ ਲਿਖੀ ਸੀ ਜੀ, ਹਾਰਟ ਸਪੈਸ਼ਲਿਸਟ। ਅੱਛਾ। ਓਕੇ। ਇਹ ਕਹਿ ਸਕਦੇ ਹਾਂ ਜੀ ਕਿ ਮੇਰੀ ਆਪਣੀ ਕਹਾਣੀ। ਠੀਕ ਹੈ। ਪਰ ਮੈਂ ਕਹਾਣੀ ਲਿਖਦਾ ਸੋ ਦ ਹਾਰਟ ਸਪੈਸ਼ਲਿਸਟ, ਜੇ ਇਹਦਾ ਟਾਈਟਲ ਨੂੰ ਦੇਖੀਏ ਤੇ ਇਹ ਤਾਂ ਲੱਗਦਾ ਯਾਰ ਵੀ ਸ਼ਾਇਦ ਮੈਡੀਕਲ ਸਪੈਸ਼ਲਿਸਟ ਜਿਹੜੇ ਹੁੰਦੇ ਉਸ ਪਾਸੇ ਨੂੰ ਲੈ ਕੇ ਜਾ ਰਹੇ। ਇਹ ਹੈ ਹੀ ਮੈਡੀਕਲ ਸਪੈਸ਼ਲਿਸਟ ਬਣਾਇਆ ਜੀ ਕੈਰੈਕਟਰ। ਅੱਛਾ। ਆਪਣੀ ਗੱਲ ਮੈਂ ਉਹਦੇ ਕੋਲੋਂ ਕਹਾਈ ਆ। ਓਕੇ। ਹਾਰਟ ਸਪੈਸ਼ਲਿਸਟ ਨੂੰ ਬਣਾਇਆ। ਅੱਛਾ, ਵੈਰੀ ਗੁੱਡ। ਤੇ ਉਹ ਇਹਦਾ ਹਾਰਟ ਦਾ ਡਿਫਰੈਂਟ ਮੀਨਿੰਗਸ ਆ। ਓਕੇ। ਇਹਦਾ ਮਤਲਬ ਇੱਕ ਸਿੰਬਲ ਆ ਹਾਂਜੀ, ਕਿ ਹਾਰਟ ਦਾ, ਕਿ ਹਾਰਟ ਸਪੈਸ਼ਲਿਸਟ ਦਾ। ਠੀਕ ਹੈ। ਕਿਉਂਕਿ ਲਵ ਦੇ ਵਿੱਚ ਹੁੰਦਾ ਆ, ਹਾਂਜੀ। ਹੀ ਇਜ਼ ਡੀਪਲੀ ਇੰਟੈਂਸਲੀ ਇਨ ਲਵ ਵਿਦ ਸਮਬਡੀ। ਠੀਕ ਹੈ। ਇਹਦੇ 'ਚ ਜਿਹੜਾ ਕਰੈਕਟਰ ਆ। ਠੀਕ ਹੈ। ਕਿਉਂਕਿ ਮੈਂ ਚਾਹੁੰਦਾ ਸੀ ਵੀ ਸਮੇਂ ਸੀਮਤ ਦੇ ਵਿੱਚ ਜੇ ਮੈਂ ਥੋੜ੍ਹਾ ਜਿਹਾ ਸਾਰੀਆਂ ਕਿਤਾਬਾਂ ਦਾ ਮੁਲਾਂਕਣ ਹਲਕਾ ਕਰਦੀ ਆਪਾਂ, ਮੈਨੂੰ ਪਤਾ ਜਿਵੇਂ ਆਪਾਂ ਗੱਲਾਂ ਤਾਂ ਜਿੰਨਾ ਭੰਡਾਰ ਹੈ ਤੁਹਾਡੇ ਕੋਲ 3 4 5 ਘੰਟੇ ਵੀ ਲੱਗੇ ਰਹੀਏ ਤਾਂ ਸਮਾਂ ਥੋੜ੍ਹਾ ਪੈ ਜਾਣਾ। ਠੀਕ ਹੈ ਜੀ। ਸੋ ਜੇ ਹੁਣ ਬਾਕੀ ਨਹੀਂ, ਠੀਕ ਹੈ, ਸਾਰੀਆਂ ਕਿਤਾਬਾਂ ਬਾਰੇ ਆਪਾਂ ਥੋੜ੍ਹੀ ਜਿਹੀ ਪੰਛੀ ਝਾਤ ਕਰਦੇ ਹਾਂ। ਹਾਂਜੀ ਹਾਂਜੀ। ਉਹ ਇਹਦੀ ਗੱਲ ਇਹ ਸੀ ਕਿ ਇਹਦਾ ਜ਼ਿਕਰ ਕਰਨਾ ਥੋੜ੍ਹਾ ਜਿਹਾ 1-2 ਲਾਈਨਸ ਵਿੱਚ ਹੋਰ ਜ਼ਰੂਰੀ ਇਸ ਲਈ ਆ ਪਲੀਜ਼, ਕਿ
ਮੈਂ ਸਿਰਫ ਇਹਨੂੰ ਥੀਮ ਨਹੀਂ, ਥੀਮ ਤਾਂ ਰੋਮਾਂਸ ਦਾ ਰਹਿਣਾ ਹੀ ਆ। ਹਾਂਜੀ 2 boys 1 girl, ਹਾਂਜੀ 2 girls 1 boy, ਹਾਂਜੀ ਇਹ ਤਾਂ ਸਾਰੀ ਫਿਲਮਡਮ ਦਾ ਕਹਿ ਲਓ, ਲਿਟਰੇਚਰ ਦਾ ਕਹਿ ਲਓ, ਹਾਂਜੀ ਇਹ ਇੱਕ ਪਾਰਟ ਐਂਡ ਪਾਰਸਲ ਰਹਿਣਾ ਹੀ ਰਹਿਣਾ। ਠੀਕ ਹੈ। ਮੈਂ ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਆ ਇਸ ਕਹਾਣੀ 'ਚ ਦੱਸਣ ਦੀ ਕਿ ਮੋਬਾਈਲ ਕੰਕਰੈਂਸੀ ਆਫ ਪਾਸਟ ਐਂਡ ਪ੍ਰੈਜ਼ੈਂਟ, ਮਤਲਬ ਪ੍ਰੈਜ਼ੈਂਟ ਵੀ ਚੱਲ ਰਿਹਾ, ਪਾਸਟ ਵੀ ਚੱਲ ਰਿਹਾ। ਠੀਕ ਹੈ। ਜਿਸ ਤਰ੍ਹਾਂ ਆਪਾਂ ਦੋਨੋਂ ਹੁਣ ਗੱਲ ਕਰ ਰਹੇ ਹਾਂ, ਹਾਂਜੀ ਜੋ ਤੁਹਾਡੇ ਮਾਈਂਡ 'ਚ ਚੱਲ ਰਿਹਾ ਹੋਰ ਕੁਛ, ਤੁਸੀਂ ਮੈਨੂੰ ਸਵਾਲ ਵੀ ਪੁੱਛ ਰਹੇ ਹੋ, ਹਾਂਜੀ ਮੈਂ ਸਵਾਲਾਂ ਦੇ ਜਵਾਬ ਦੇ ਰਿਹਾ, ਪਰ ਮੇਰੇ ਮਨ 'ਚ ਕੁਛ ਹੋਰ ਵੀ ਚੱਲ ਰਿਹਾ। ਬਿਲਕੁਲ। ਸੋ ਆਈ ਟਰਾਈ ਟੂ ਡਿਪਿਕਟ what we are not talking. ਰਾਈਟ। ਸੋ ਇਹ ਮੇਰੀ ਜਿਹੜੀ ਰਿਸਰਚ ਹੈਗੀ ਆ, ਕਿਉਂਕਿ ਮੈਂ ਪਰ ਕੈਰੈਕਟਰ ਕੀ ਪਰ ਕੀ ਇੱਕ ਸੁਭਾਵਿਕ ਫੈਨੋਮੀਨਾ ਨੈਚੁਰਲ ਹੈ ਇਹ ਕਿ ਇਹ ਨੈਚੁਰਲ ਫੈਨੋਮੀਨਾ ਜੀ, ਇਹ ਨੈਚੁਰਲ ਫੈਨੋਮੀਨਾ ਹੈ। ਵਰਜੀਨੀਆ ਵੁਲਫ ਕਹਿੰਦੀ ਆ ਕਿ ਬੜੀ ਵਧੀਆ ਰਾਈਟਰ ਹੋਈ ਆ, ਹਾਂਜੀ ਉਹਨੇ ਸ਼ੁਰੂ ਇਹ ਕੀਤਾ ਸੀ ਕਿ ਸਟਰੀਮ ਆਫ ਕੌਨਸ਼ੀਅਸਨੈਸ, ਹਾਂਜੀ ਹਾਂਜੀ ਇਹਨੂੰ ਸਟਰੀਮ ਆਫ ਕੌਨਸ਼ੀਅਸਨੈਸ ਅਸੀਂ ਇੱਥੇ ਕੰਟਰੋਲ ਨਹੀਂ ਕਰ ਸਕਦੇ। ਕੰਟਰੋਲ ਨਹੀਂ ਕਰ ਹਾਂ ਸਕਦੇ, ਇਹ ਹੋਣਾ ਹੀ ਹੈ, control ਇਹ ਹੋਣਾ ਹੀ ਹੈ, ਇਹ ਫਲੋ ਹੈ। ਹਾਂਜੀ ਇਹ ਫਲੋ ਹੈ ਜੀ, ਕੰਟੀਨਿਊਸਲੀ ਚੱਲਣਾ ਹੈ। ਹਾਂਜੀ ਹਾਂਜੀ ਤੇ ਫਿਰ ਹੁਣ ਜਿਸ ਤਰ੍ਹਾਂ ਆਮ ਲੋਕਾਂ ਦੇ ਲਈ ਜਿਸ ਤਰ੍ਹਾਂ ਬਣਦੀਆਂ ਕਈ ਚੀਜ਼ਾਂ, ਹਾਂਜੀ ਉਹ 'ਚ ਫਲੈਸ਼ਬੈਕ ਟੈਕਨੀਕ ਹੋ ਜਾਂਦੀ ਹੈ। ਜਿਸ ਤਰ੍ਹਾਂ ਸੀਰੀਅਲਸ ਵਿੱਚ ਲੈ ਲਓ, ਮੂਵੀਜ਼ ਵਿੱਚ ਲੈ ਲਓ, ਅਬੇ ਅਸੀਂ ਕੋਈ ਨਾ ਕੋਈ ਰੈਫਰੈਂਸ ਰਿਲੇਟ ਕਰਨ ਲੱਗ ਜਾਈਦਾ। ਹਾਂਜੀ ਫਲੈਸ਼ਬੈਕ ਹੋਣ ਲੱਗ ਜਾਂਦਾ। ਜਿਸ ਤਰ੍ਹਾਂ ਗਾਈਡ ਮੂਵੀ ਸੀ, ਆਰਕਨ ਰੈਨ ਦੇ ਗਾਈਡ ਨਾਵਲ ਦੇ ਉੱਪਰ ਸੀ, ਉਹ ਮਤਲਬ ਚੱਲਦੀ ਫਲੈਸ਼ਬੈਕ ਤੋਂ ਆ। ਹਾਂਜੀ ਤੇ ਉਹ ਫਲੈਸ਼ਬੈਕ ਟੈਕਨੀਕਸ ਜਾਂ ਸਟਰੀਮ ਆਫ ਕੌਨਸ਼ੀਅਸਨੈਸ ਟੈਕਨੀਕਸ ਆ, ਉਹ ਆਮ ਲੋਕਾਂ ਨੂੰ ਬਹੁਤ ਜਲਦੀ ਸਮਝ ਲੱਗ ਜਾਂਦੀ। ਰਾਈਟ। ਜਿਹੜੀ ਮੋਬਾਈਲ ਕੰਕਰੈਂਸੀ ਆਫ ਪਾਸਟ ਐਂਡ ਪ੍ਰੈਜ਼ੈਂਟ ਆ, ਹਾਂਜੀ ਇਹਦੇ ਨਾਲ ਯੂ ਹੈਵ ਟੂ ਡੈਲਵ ਡੀਪ ਇਨਟੂ ਦ ਰਿਸੈਸਸ ਆਫ ਮਾਈਂਡ ਓਕੇ ਆਫ ਦੀ ਅਦਰ ਪਰਸਨ, ਹਾਂਜੀ of your own person, and then you have to apply a formula to criticize your thought and the interlocutor's thought. ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਕੰਮ। ਇਹ ਸਾਈਕੋ ਐਨਾਲਿਟਿਕਲ ਅਪਰੋਚ ਆ। ਇਹ ਜਿਆਦੀਆਂ ਟੇਡੀਆਂ ਟਰਮਸ ਆ ਜਾਂਦੀਆਂ ਸਾਰੇ ਕਈ ਵਾਰੀ ਸਾਨੂੰ। ਬਾਕੀ ਰਹਿ ਗਈ ਜੀ ਹੋਰ ਕਿਤਾਬਾਂ ਦੀ ਗੱਲ। ਤੇ ਹੋਰ ਕਿਤਾਬ ਜਿਸ ਤਰ੍ਹਾਂ ਇਹ ਮੇਰੀ ਕਿਤਾਬ ਮੇਰੇ PhD ਦੇ ਥੀਸਿਸ ਦੇ ਉੱਪਰ ਆਧਾਰਿਤ ਹੈ ਜੀ। ਸੋ ਮਿਥਸ ਐਂਡ ਸਿੰਬਲਸ ਇਨ ਰਾਜਾ ਰਾਓ ਐਂਡ ਆਰ.ਕੇ. ਨਾਰਾਇਣ। ਅੱਛਾ, ਇਹਦਾ ਥੋੜਾ ਜਿਹਾ ਕਿਸ ਤਰ੍ਹਾਂ ਦਾ ਥੀਮ ਹੈ? ਇਹਦਾ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਕਹਿੰਦੇ ਕਿ ਸਮੇਂ ਦੀ ਘਾਟ ਹੈਗੀ ਆ ਜੀ। ਤੇ ਇਸ ਕਿਤਾਬ ਦੇ ਵਿੱਚ ਇਹ ਮੇਰਾ ਥੀਸਿਸ ਆ ਅਸਲ 'ਚ, ਉਹਦੇ ਉੱਪਰ ਮਬਨੀ ਆ। ਠੀਕ ਹੈ। ਔਰ ਮੈਂ ਗ੍ਰੀਕ ਮਿਥਸ ਐਂਡ ਇੰਡੀਅਨ ਮਿਥਸ ਨੂੰ ਦਾ ਕੰਪੈਰੀਜ਼ਨ ਕੀਤਾ ਜੀ ਆਪਣੇ ਥੀਸਿਸ ਦੇ ਵਿੱਚ। ਅੱਛਾ, ਇਹ ਹੈ ਜੀ ਜਿੰਨੀਆਂ ਗ੍ਰੀਕ ਮਿਥਸ ਹੈਗੀਆਂ, ਸਿੰਬਲਸ ਹੈਗੇ ਆ, ਰਾਈਟ, ਔਰ ਲੈਜੈਂਡਸ ਹੈਗੀਆਂ ਜਾਂ ਫੋਕਲੋਰ ਆ, ਹਾਂਜੀ, ਉਹਨੂੰ ਕਿਸ ਤਰੀਕੇ ਨਾਲ ਇੰਡੀਅਨ ਰਾਈਟਰਸ ਰਿਪਰੈਜ਼ੈਂਟ ਕਰਦੇ ਆ, ਕਿਸ ਤਰੀਕੇ ਨਾਲ ਕੈਨੇਡੀਅਨ ਰਾਈਟਰਸ ਰਿਪਰੈਜ਼ੈਂਟ ਕਰਦੇ ਆ, ਹਾਂਜੀ, ਉਹ ਮੈਂ ਗ੍ਰੀਕ ਐਂਡ ਇੰਡੀਅਨ ਮਿਥਸ ਦੇ ਪ੍ਰਿਜ਼ਮ ਦੇ ਥਰੂ ਦੇਖਣ ਦੀ ਕੋਸ਼ਿਸ਼ ਕਰਦਾ ਰਹਿਣਾ। ਠੀਕ ਹੈ ਜੀ। ਵੈਸੇ ਮੈਂ ਜਿਹੜੀ ਵੀ ਗੱਲ ਕਰਦਾ, ਜਿਹੜੀਆਂ ਮੈਂ ਕਿਤਾਬਾਂ ਲਿਖੀਆਂ, ਜਿਸ ਤਰ੍ਹਾਂ ਕਿ ਇੱਕ ਹੋਰ ਕਿਤਾਬ ਮੇਰੀ ਪ੍ਰੈਸ 'ਚ ਉਹ ਆ ਜਾਣੀ ਆ ਆਫਟਰ 2 ਵੀਕਸ, ਹਾਂਜੀ, ਉਹ ਕਹਾਣੀਆਂ ਦੀ ਕਿਤਾਬ ਆ ਜੀ, ਦੀ ਮਾਸਕ ਐਂਡ ਅਦਰ ਸਟੋਰੀਜ਼। ਅੱਛਾ ਜੀ। ਉਹਦਾ ਨਾਮ ਰੱਖਿਆ ਦੀ ਮਾਸਕ ਐਂਡ ਅਦਰ ਸਟੋਰੀਜ਼। ਅੱਜ ਜਿਹੜਾ COVID-19 ਤੋਂ ਬਾਅਦ ਜਿਹੜੇ ਮਾਸਕ ਵਗੈਰਾ ਚੱਲਦੇ ਸੀ, ਹਾਂਜੀ, ਤੇ ਹਰ ਨੂੰ ਲਗਾਉਣੇ ਪੈਂਦੇ ਸੀ, ਤੇ ਉਹਦਾ ਜਿਹੜਾ ਕਿਉਂਕਿ ਮਾਸਕ ਅਸੀਂ ਵੈਸੇ ਵੀ ਲਗਾਉਣੇ ਆ ਆਪਣੀ ਜ਼ਿੰਦਗੀ 'ਚ, ਕਿ ਅਸੀਂ ਨਕਾਬ ਵੀ ਪਹਿਨੇ ਹੁੰਦੇ ਆ ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ। ਜਦੋਂ ਅਸੀਂ ਸ਼ੀਸ਼ੇ ਨਾਲ ਗੱਲ ਕਰਦੇ ਹਾਂ ਉਦੋਂ ਅਸੀਂ ਨਕਾਬ ਕਈ ਵਾਰੀ ਲਾ ਦਿੰਦੇ ਹਾਂ। ਅਦਰਵਾਈਜ਼ ਜਦੋਂ ਵੀ whenever we step out of our house, we have niqab, we have mask, not only one mask, sometimes 2 masks, sometimes 3 masks, so that the other person can't see us properly. We will be able to see the other person. ਮੁਖੌਟੇ ਬਹੁਤ ਜ਼ਿਆਦਾ ਕਰ ਰਹੇ, 1 2 ਕਈ ਲੇਅਰਸ ਹੁੰਦੀਆਂ, ਉਹ ਲੇਅਰਸ ਰਾਈਟਰ ਹੀ ਘਟਾ ਸਕਦਾ ਜੀ। ਓਕੇ। ਤੇ ਉਹਦੇ ਉੱਪਰ ਮੈਂ ਇਸ ਤਰ੍ਹਾਂ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ 16 ਕਹਾਣੀਆਂ ਦੀ ਕਿਤਾਬ ਆ। ਵੈਰੀ ਗੁੱਡ। ਤੇ ਜੇ ਅਗਲੀਆਂ 1-2 ਹੋਰ ਆਪਾਂ ਦੇਖੀਏ ਜੀ ਰੈਫਰੈਂਸਿਸ ਕੀ ਆ, ਮੈਂ ਸੱਚੀ ਮੇਰਾ ਦਿਲ ਕਰਦਾ ਵੀ ਵੈਸੇ ਆਪਾਂ ਇੱਕ ਬੁੱਕ ਦੇ ਉੱਤੇ ਪੂਰਾ ਚੈਪਟਰ ਕਰਨ ਵਾਲਾ ਬਣਦਾ, ਪਰ ਅੱਜ ਮੈਂ ਦੁਬਾਰਾ ਫਿਰ ਬੇਨਤੀ ਕਰਦੇ ਹੋਏ, ਗੁਸਤਾਖੀ ਕਰਦੇ ਹੋਏ ਮੈਂ ਚਾਹੁੰਦਾ ਕਿ ਆਪਾਂ ਸੀਮਤ ਸਮੇਂ ਨੂੰ, ਹੁਣ ਕਿਉਂਕਿ ਆਪਣੇ ਕੋਲ ਅਗਲੇ 10 ਮਿੰਟ ਹੀ ਹੋਣੇ ਆ। ਕੋਈ ਐਸੀ ਗੱਲ ਨਹੀਂ, ਮੈਂ ਉਹਦੇ ਵਿੱਚ ਸੰਖੇਪ ਰੂਪ ਦੇ ਵਿੱਚ ਸਾਰੀ ਦਰਜ ਕਰਨ ਦੀ ਕੋਸ਼ਿਸ਼ ਕਰਦਾ ਪਲੀਜ਼। ਤੇ ਉਹ ਇੱਕ ਹੋਰ ਮੇਰੀ ਕਿਤਾਬ ਆ ਰਹੀ ਆ, ਹਾਂਜੀ, ਬਹੁਤ ਜਲਦੀ ਆ ਰਹੀ ਜੀ, ਤੇ ਉਹਦਾ ਨਾਮ ਹੈਗਾ ਸਲਾਬੇ ਰਿਸ਼ਤੇ ਅਤੇ ਹੋਰ ਕਹਾਣੀਆਂ। ਅੱਛਾ। ਕਿਉਂਕਿ ਅੱਜ ਕੱਲ੍ਹ ਜਿਹੜੇ ਰਿਸ਼ਤੇ ਆ, ਹਾਂਜੀ, ਕੋਈ ਵੀ ਰਿਸ਼ਤਾ ਲੈ ਲਓ, ਕੋਈ ਵੀ ਟੱਚ ਕਰ ਲਓ ਰਿਸ਼ਤਾ, ਹਾਂਜੀ, ਜੇ ਸੱਚ ਪੁੱਛੋ ਤਾਂ ਉਹਨਾਂ ਰਿਸ਼ਤਿਆਂ ਦੇ ਵਿੱਚ ਉਨ੍ਹਾਂ ਜਿਹੜਾ ਨਿੱਘਰ ਨਹੀਂ ਹੈਗੇ ਰਿਸ਼ਤੇ। ਉਹ
ਮਤਲਬ ਯਾਨੀ ਇੰਨੇ ਜਿਹੜੇ ਹੈਗੇ ਆ ਕੰਕਰੀਟ ਰਿਸ਼ਤੇ ਹੈ ਨਹੀਂ। ਓਕੇ। ਉਹਨਾਂ ਵਿੱਚ ਜਿਹੜੇ ਫ੍ਰੈਜਾਈਲ ਹੈਗੇ ਆ, ਹਾਂਜੀ, ਉਹਨਾਂ ਦੀ ਜਿਹੜੀ ਫ੍ਰੈਜਿਲਿਟੀ ਆ, ਜਿਹੜਾ ਉਹਨਾਂ ਵੈਸੇ ਹੀ ਤਾਣਾ ਬਾਣਾ ਜਿਹਾ ਉਹ ਦਿਸਦਾ ਹੀ ਆ, ਹਾਂਜੀ, ਉਹ ਚੰਗੇ ਤਰੀਕੇ ਨਾਲ ਬੁਣੇ ਨਹੀਂ ਹੋਏ। ਓਕੇ। ਜੇ ਬੁਣੇ ਵੀ ਰਹਿੰਦੇ ਆ ਥੋੜ੍ਹੀ ਦੇਰ ਬਣੇ ਰਹਿੰਦੇ ਆ, ਬਾਅਦ 'ਚੋਂ ਸ਼ਰੈਡ ਹੋ ਜਾਂਦੇ ਆ। ਉਹ ਸ਼ਰੈਡ ਕੌਣ ਕਰਦਾ? ਸਮਾਜ ਕਰਦਾ, ਓਕੇ, ਕਿ ਤੁਹਾਡੀ ਕੈਸ਼ ਕਨੈਕਸ਼ਨ ਸੁਸਾਇਟੀ ਕਰਦੀ ਹੈ। ਰਾਈਟ। ਤੇ ਮੈਂ ਇਹਨੂੰ ਮੁੱਖ ਤੌਰ ਤੇ ਵਿਲਨ ਸਮਝਦਾ ਹਾਂ ਕੈਸ਼ ਕਨੈਕਸ਼ਨ ਸੁਸਾਇਟੀ ਨੂੰ। ਜਿਹੜਾ ਡਾਲਰ ਹੈਗਾ ਆ ਜਾਂ ਰੂਪੀਜ਼ ਹੈਗੇ ਆ, ਕੈਸ਼ ਮਨੀ ਆ ਮੁੱਖ ਤੌਰ ਤੇ, ਹਾਂਜੀ, ਦੈਟ ਇਜ਼ ਦੀ ਐਕਸਿਸ। ਉਹ ਇੱਕ ਨਿਊਕਲੀਅਸ ਆ ਜਿਹਦੇ ਆਲੇ ਦੁਆਲੇ ਸਾਡੀ ਸਾਰੀ ਸੋਚ ਘੁੰਮਦੀ ਹੈ। ਠੀਕ ਹੈ। ਤੇ ਉਹ ਫਿਰ ਰਿਸ਼ਤਿਆਂ ਤੇ ਵੀ ਅਸਰਅੰਦਾਜ਼ ਹੁੰਦੀ ਹੈ। ਉਹ ਸਾਡੇ ਆਪਣੀ ਆਬਜ਼ਰਵੇਸ਼ਨਸ ਆ ਜਿਹੜੀਆਂ ਉਹਨਾਂ ਤੇ ਵੀ ਅਸਰਅੰਦਾਜ਼ ਹੁੰਦੀ ਹੈ। ਉਹ ਮੈਂ ਸਲਾਬੇ ਰਿਸ਼ਤੇ ਤੇ ਹੋਰ ਕਹਾਣੀਆਂ, ਜਿਹੜੀ ਕਿ ਪੰਜਾਬੀ ਦੀ ਕਿਤਾਬ, ਓਕੇ ਜੀ, ਉਹਦੇ ਵਿੱਚ ਇੱਕ ਮੇਰੀ ਨਜ਼ਮਾਂ ਦੀ ਕਿਤਾਬ ਵੀ ਆ ਰਹੀ ਹੈ ਜੀ। ਅੱਛਾ ਜੀ। ਉਹ 'ਚ ਨਜ਼ਮਾਂ ਵੀ ਆ ਤੇ ਗਜ਼ਲਾਂ ਵੀ। ਰਾਈਟ। ਤੇ ਇੱਕ ਜੇ ਤੁਸੀਂ ਕੋਈ ਸੁਣਾਉਣਾ ਚਾਹੁੰਦੇ ਹੋ ਕੁਛ? ਅਗਰ ਤੁਸੀਂ ਸੁਣਨਾ ਹਾਂਜੀ, ਚਾਹੁੰਦੇ ਹਾਂਜੀ, ਹਾਂਜੀ, ਪਲੀਜ਼, ਪਲੀਜ਼, ਹਾਂ ਸੁਣਾਓ ਜੀ, ਸੁਣਾਓ ਕਿ ਦਿਸ ਇਜ਼ ਦ ਵੇ ਆਈ ਰਾਈਟ। ਹਾਂਜੀ, ਪਲੀਜ਼। I can't write without symbols, legends or folklore ਓਕੇ, or myths। ਠੀਕ ਹੈ। ਕਿਉਂਕਿ ਜਿਹੜੀਆਂ ਮਿਥਸ ਜਾਂ ਸਿੰਬਲਸ ਹੁੰਦੇ ਆ ਨਾ ਜੀ, ਹਾਂਜੀ, ਇਹ ਤੁਹਾਨੂੰ ਇੱਕ ਦਿਸ਼ਾ ਸੂਚਕ ਹੁੰਦੇ ਆ। ਓਕੇ, ਇਹ ਇਸ਼ਾਰਾ ਕਰਦੇ ਆ। ਇਹ ਇੱਕ ਗੂਗਲ ਮੈਪ ਵਾਂਗ ਹੁੰਦੇ ਆ। ਇਹ ਤੁਹਾਨੂੰ ਦੱਸਦੇ ਆ ਵੀ ਯੂ ਗੋ ਰਾਈਟ, ਯੂ ਗੋ ਲੈਫਟ, ਹਾਂਜੀ, ਨਾਓ ਟੇਕ ਦੀ ਟਰਨ, ਨਾਓ ਕਮ ਹੀਅਰ, ਨਾਓ ਯੂ ਹੈਵ ਅਰਾਈਵਡ। ਅੱਛਾ, ਰਾਈਟ। ਉਹ ਇਸੇ ਤਰ੍ਹਾਂ ਹੁੰਦੇ ਆ। ਔਰ ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਮਿਥਸ ਐਂਡ ਸਿੰਬਲ ਦੇ ਨਾਲ ਗੱਲ ਕਰਨੀ ਬਹੁਤ ਆਸਾਨ ਹੋ ਜਾਂਦੀ ਹੈ। ਠੀਕ ਹੈ। ਸੋ ਆਪਾਂ ਤੁਹਾਡੀ ਰਚਨਾ ਸੁਣਦੇ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਸਾਡੇ ਲਿਸਨਰਸ ਲਈ ਕਿ ਹਰਜਿੰਦਰ ਗਿੱਲ ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਸਾਨੂੰ ਇਸ ਵੇਲੇ ਜਿੱਥੇ ਰੇਡੀਓ ਦੇ ਉੱਤੇ ਤੁਸੀਂ ਸੁਣ ਰਹੇ ਹੋਵੋਗੇ, ਉੱਥੇ ਸਾਡੇ ਫੇਸਬੁੱਕ ਅਕਾਊਂਟ ਦੇ ਉੱਤੇ ਵੀ ਅਸੀਂ ਸਾਡੀ ਇਸ ਗੱਲਬਾਤ ਨੂੰ ਲਾਈਵ ਪਹੁੰਚਦੀ ਕਰ ਰਹੇ ਹਾਂ। ਸੋ ਇਹਨੂੰ ਬਾਅਦ ਵਿੱਚ ਵੀ ਜ਼ਰੂਰ ਸੁਣਿਓ। ਔਰ ਮੈਂ ਦੁਬਾਰਾ ਫਿਰ ਇਹੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਨੇ, ਡਾਕਟਰ ਸਾਹਿਬ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਡਾਕਟਰ ਰਾਜੇਸ਼ ਕੇ ਪੱਲਨ ਹੋਰੀ ਬਹੁਤ ਜ਼ਿਆਦਾ ਵਰਸਟਾਇਲਿਟੀ ਦੇ ਨਾਲ, ਬੜੀ ਜ਼ਿਆਦੀਆਂ ਮਲਟੀਪਲ ਲੇਅਰਸ ਦੇ ਰੂਪ ਦੇ ਵਿੱਚ, ਮਲਟੀਪਲ ਡਾਇਮੈਂਸ਼ਨਸ ਦੇ ਵਿੱਚ, ਜਿੱਥੇ ਇਹਨਾਂ ਦਾ ਸਕੋਪ ਦੀ ਗੱਲ ਕਰਦੇ ਹਾਂ, ਇਹਨਾਂ ਦੀ ਰਾਈਟਿੰਗ ਸਕਿੱਲਸ ਦੀ ਗੱਲ ਕਰਦੇ ਹਾਂ, ਇਹਨਾਂ ਦੀ ਨੌਲੇਜ ਦੀ ਗੱਲ ਕਰਦੇ ਹਾਂ, ਤਾਂ ਮੈਂ ਚਾਹੁੰਦਾ ਹੁੰਦਾ ਕਿ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇੱਕ ਤਾਂ ਡਾਕਟਰ ਸਾਹਿਬ ਮੈਂ ਇਹ ਨਹੀਂ ਕਿ ਤੁਸੀਂ ਸਾਹਮਣੇ ਬੈਠੇ ਹੋ, ਪਰ ਮੈਨੂੰ ਲੱਗਦਾ ਕਿ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੁਹਾਡੇ ਵਰਗੀਆਂ ਪਰਸਨੈਲਿਟੀਜ਼ ਦਾ, ਕਿ ਤੁਸੀਂ ਸਾਡੇ ਲਈ ਇਹੋ ਜਿਹਾ ਖਜ਼ਾਨਾ ਜਿਹੜਾ ਪਰੋ ਕੇ ਸਜਾ ਕੇ ਸਾਨੂੰ ਦੇ ਕੇ ਜਾਣਾ ਹੈ। ਸੋ ਅਸੀਂ ਹਰ ਇਨਸਾਨ ਨੇ ਆਪਾਂ ਇੱਥੋਂ ਚਲੇ ਜਾਣਾ, ਪਰ ਜਦੋਂ ਜਿਹੜਾ ਬੰਦਾ ਕਹਿੰਦਾ ਕਿ ਯਾਰ ਆਪਾਂ ਇੱਕ ਆਪਣੇ ਵੱਲੋਂ ਇੱਕ ਇਹੋ ਜਿਹੀ ਜਿਹੜੀ ਇੱਕ ਪਿੱਛੇ ਇੱਕ ਲੈਗੇਸੀ ਛੱਡ ਕੇ ਚੱਲੇ, ਇਹੋ ਜਿਹਾ ਖਜ਼ਾਨਾ ਛੱਡ ਕੇ ਚੱਲੇ ਆ, ਇੱਕ ਧਰੋਹਰ ਹੋ ਸਾਡੀ, ਤੁਸੀਂ ਸਾਡੀ ਐਸੈਟ ਹੋ ਸਾਡੀ ਕਮਿਊਨਿਟੀ ਦੀ, ਭਾਈਚਾਰੇ ਦੀ। ਸੋ ਤੁਹਾਨੂੰ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ। ਔਰ ਮੈਂ ਨਾਲ ਹੀ ਨਹੀਂ ਇਸ ਤਰ੍ਹਾਂ ਦੀਆਂ ਸਾਡੀਆਂ ਜਿਹੜੀਆਂ ਪਰਸਨੈਲਿਟੀਜ਼ ਨੂੰ ਐਕਨੋਲੇਜ ਕਰਨਾ, ਉਹਨਾਂ ਨੂੰ ਅਪਰੀਸ਼ੀਏਟ ਕਰਨਾ, ਉਹਨਾਂ ਦਾ ਸਤਿਕਾਰ ਕਰਨਾ, ਜਿੱਥੇ ਸਾਡਾ ਫਰਜ਼ ਬਣਦਾ ਉੱਥੇ ਨਾਲ ਹੀ ਵੀ ਹੈ ਕਿ ਉਹਨਾਂ ਨੂੰ ਕਮਿਊਨਿਟੀ ਤੱਕ, ਲੋਕਾਂ ਤੱਕ ਅਸੀਂ ਨਾਲ ਸਾਂਝ ਵੀ ਪਾਈਏ। ਔਰ ਇਹੀ ਜ਼ਰੀਆ ਸਾਡਾ ਦ ਗੈਸਟ ਆਫ ਦਾ ਸ਼ੋਅ, ਤੁਸੀਂ ਸਾਡੇ ਅੱਜ ਦੇ ਗੈਸਟ ਆਫ ਦਾ ਸ਼ੋਅ ਹੋ ਸਾਡੇ ਲਈ, ਔਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੋ ਮੈਂ ਨਾਲ ਹੀ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਕਵਿਤਾ ਸੁਣਾਓ, ਮੈਂ ਦੇਖ ਰਿਹਾ ਸੀ ਕੁਈਨ ਐਲਿਜ਼ਾਬੈਥ ਪਲੈਟੀਨਮ ਜੁਬਲੀ ਪੈਨ ਵੀ ਤੁਸੀਂ ਰਿਸੀਵ ਕੀਤੀ ਹੈ, ਥੋੜਾ ਇਹਦੇ ਬਾਰੇ 'ਚ ਦੱਸਣਾ ਚਾਹੋ। ਇਹ ਜਿਹੜੇ ਮੇਰੀਆਂ, ਜਿਸ ਤਰ੍ਹਾਂ, ਕਿਉਂਕਿ ਮੈਂ ਅਖਬਾਰਾਂ ਵਿੱਚ ਬੜਾ ਲਿਖਦਾ ਹਾਂ ਜੀ। ਹਾਂਜੀ, ਐਵਰੀ ਵੀਕ ਮੇਰਾ ਆਰਟੀਕਲ ਹੁੰਦਾ ਜੀ। ਹਾਂਜੀ, ਇਹ ਇੱਥੇ ਦੀਆਂ ਟੋਰਾਂਟੋ ਦੀਆਂ ਅਖਬਾਰਾਂ ਵਿੱਚ ਹੀ ਨਹੀਂ, ਹਾਂਜੀ, ਬਲਕਿ ਇੰਡੀਆ, ਜਿਸ ਤਰ੍ਹਾਂ ਇੰਡੀਅਨ ਐਕਸਪ੍ਰੈਸ, ਹਾਂਜੀ, ਤੇ ਟ੍ਰਿਬਿਊਨ ਹੈਗੀ ਆ, ਇੰਗਲਿਸ਼ ਦੀਆਂ ਅਖਬਾਰਾਂ, ਹਾਂਜੀ, ਇੰਡੀਆ ਦੀਆਂ, ਉਹਨਾਂ ਵਿੱਚ ਵੀ, ਤੇ ਇੱਕ ਵੈਨਕੂਵਰ ਦੀਆਂ ਅਖਬਾਰਾਂ ਹੈਗੀਆਂ ਜੀ, ਜਿਸ ਤਰ੍ਹਾਂ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਆ ਜੀ, ਹਾਂਜੀ, ਇੰਡੋ ਕੈਨੇਡੀਅਨ ਟਾਈਮਸ, ਤੇ ਤਕਰੀਬਨ ਕੋਈ ਮੇਰਾ ਖਿਆਲ ਹਰ ਵੀਕ 'ਚ ਹੀ ਹੁੰਦਾ ਜੀ, ਇੱਕ ਆਰਟੀਕਲ ਤਾਂ ਜ਼ਰੂਰ ਹੁੰਦਾ ਜੀ। ਹੁਣ ਇਹ ਰੇਖਾ ਜਿਹੜੀ ਅਚਾਨਕ ਖਿੱਚੀ ਹੋਈ ਆ, ਇਹ ਰੋਮਾਨ ਵੱਲ ਇਸ਼ਾਰਾ ਕਰਦੀ ਹੈ, ਲਕਸ਼ਮਣ ਦੀ ਗੱਲ ਹੋ ਰਹੀ ਆ। ਐਂਡ ਮੈਂ ਗੱਲ ਇਹਦੇ ਵਿੱਚ ਉਹ ਵੀ ਕਰ ਰਿਹਾ ਹਾਂ ਕਿ ਇੰਡੀਆ ਐਂਡ ਪਾਕਿਸਤਾਨ ਦੀ ਜਿਹੜੀ ਰੇਖਾ ਖਿੱਚ ਹੋਈ ਸੀ, ਰੈਡ ਕਲਿਫ ਲਾਈਨ ਜਿਹਨੂੰ ਕਹਿੰਦੇ, ਹਾਂਜੀ, ਹਾਂਜੀ, ਤੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੈਂਡ ਦਾ ਗੈਂਜੀਸ। ਠੀਕ ਹੈ, ਯਾਨੀ ਕਿ ਕਿਸ ਤਰੀਕੇ ਨਾਲ, ਮਤਲਬ ਪਾਣੀਆਂ ਦੇ ਵਿੱਚ ਕਹਿੰਦੇ ਆ ਵੀ ਕੋਈ ਨਹੀਂ ਹੋ ਸਕਦੀ, ਨਹੀਂ ਬਣ ਸਕਦੀ ਦੀਵਾਰ, ਪਰ ਉਹ ਬਣ ਗਈ ਸੀ, ਬਣੀਆਂ ਹੋਈਆਂ ਨੇ। ਹਾਂਜੀ, ਹਾਂਜੀ। ਫਿਰ ਮੈਂ ਰੁਕਿਆ ਸੀ ਕਿ ਸੋਚਦੇ ਕਿ ਪਾਣੀਆਂ ਵਿੱਚ ਖਿੱਚੀ ਉਸ ਰੇਖਾ ਨੂੰ ਕਿਵੇਂ ਪਾਰ ਕਰਾਂ। ਫਿਰ ਮੈਂ ਰੁਕਿਆ ਸੀ ਕਿ ਨੀਲੇ ਘੋੜੇ ਉੱਤੇ ਸਵਾਰ ਦੀ ਕਥਾ ਸਮਝ ਸਕਾਂ। ਹੁਣ ਨੀਲੇ ਘੋੜੇ ਉੱਤੇ ਸਵਾਰ ਕੌਣ ਹੋ ਸਕਦਾ, ਇਹ ਪਤਾ ਲੱਗ ਜਾਂਦਾ। ਹਾਂਜੀ, 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 ਸਮਝਣ ਵਾਲੇ ਝੱਟ ਸਮਝ ਜਾਂਦੇ ਆ ਕਿ ਇਹ ਕਿਹੜੇ ਗੁਰੂ ਦੀ ਗੱਲ ਕਰ ਰਿਹਾ ਹੈ ਜੀ। ਕਥਾ ਸੁਣਨ ਬਾਅਦ ਮੈਂ ਚੰਦਰਮਾ ਤੇ ਚੜ੍ਹਨ ਦਾ ਨਿਸ਼ਚਾ ਕੀਤਾ। ਮਤਲਬ ਆਦਮੀ ਨਿਸ਼ਚਾ ਜਾਣ ਬੁੱਝ ਕੇ ਸ਼ਬਦ ਵਰਤਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ
ਕਿ ਨਿਸ਼ਚੈ ਕਰ ਸ਼ੁਭ ਕਰਮਨ ਤੇ ਕਬੋ ਨਾ ਟਰੋਂ, ਤੇ ਉਹਦੇ ਵਿੱਚ ਆਉਂਦਾ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੂੰ। ਜਾਣਬੁੱਝ ਕੇ ਸ਼ਬਦ ਨਿਸ਼ਚੈ ਕੀਤਾ ਤੇ ਕਿ ਰੈਫਰੈਂਸ ਨੂੰ ਹੋਰ ਕਲੋਜ਼ਰ ਕਰਨ ਦੇ ਲਈ, ਰੀਡਰ ਦੇ ਲਈ। ਅਪੜ ਤਾਂ ਗਿਆ ਸੀ, ਜਿੱਦਾਂ ਆਪਾਂ ਚੰਦ ਤੇ ਪਹੁੰਚ ਗਏ, ਸਾਇੰਟੀਫਿਕ ਜਿਹੜੀ ਟੈਕਨੋਲੋਜੀਜ਼ ਆ ਉਹਨੂੰ ਵਿੱਚ ਲੈ ਲਿਆ, ਪਰ ਉੱਥੇ ਰਿਹਾ ਨਾ ਗਿਆ। ਆਦਮੀ ਉੱਥੇ ਨਹੀਂ ਰਹਿ ਸਕਦਾ, ਕੋਸ਼ਿਸ਼ਾਂ ਤਾਂ ਬੜੀਆਂ ਕਰਦੇ, ਵਾਪਸ ਤਾਂ ਪਰਤਣਾ ਹੀ ਸੀ। ਨਿਤ ਨਵੇਂ ਪੁੰਗਰ ਦੇ ਸਵਾਲਾਂ ਨਾਲ, ਮੂੰਹ 'ਚ ਸਵਾਲਾਂ ਦੇ ਮੂੰਹ 'ਚ ਜਵਾਬਾਂ ਨਾਲ, ਕਦੇ ਭੇਡ ਪਿੱਛੇ ਤੁਰਦਾ, ਕਦੇ ਊਠ ਪਿੱਛੇ। ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਇਹ ਕਿੱਧਰ ਨੂੰ ਲੈ ਕੇ ਜਾ ਰਹੇ ਹੋ, ਥੋੜਾ ਜਿਹਾ ਐਕਸਪਲੇਨ ਕਰਿਓ। ਆ ਜਾਣਾ ਜੀ ਅੱਗੇ। ਭੇਡ ਤਾਂ ਹੋਰ ਭੇਡਾਂ ਦੇ ਮਗਰ ਮਗਰ ਸੀ, ਊਠ ਤਾਂ ਪਾਣੀ ਦੀ ਤ੍ਰਿਸ਼ਨਾ ਵਿੱਚ ਰੇਤ ਹੀ ਦੇ ਮਗਰ ਮਲਕ ਮਲਕ ਤੁਰੀ ਜਾਂਦਾ ਸੀ। ਮਤਲਬ ਅਸੀਂ, ਸਾਡੀ ਸ਼ੀਪ ਮੈਂਟੈਲਿਟੀ ਆ ਕਿ ਫਲਾਣੇ ਨੇ ਇਹ ਕੰਮ ਕਰ ਲਿਆ, ਮੈਂ ਵੀ ਕਰਨਾ, ਭੇਡ ਚਾਲਦੇ ਨੂੰ। ਜਾਂ ਅਸੀਂ ਕਹਿ ਦਈਏ ਬਈ ਉਹ ਦੇਖੋ ਜੀ ਉਹ ਊਠ ਆ, ਉਹ ਜਾ ਰਿਹਾ ਆ, ਮੈਂ ਵੀ ਇਹਦੇ ਪਿੱਛੇ ਪਿੱਛੇ ਜਾਵਾਂ। ਪਰ ਊਠ ਤਾਂ ਆਪ ਹੀ ਜਿਹੜਾ ਮਿਸਗਾਈਡਡ ਆ। ਵੀ ਵਾਂਟ ਟੂ ਸੀਕ ਗਾਈਡੈਂਸ ਫਰੋਮ ਕੈਮਲ, ਸਿੰਬਲ ਹੀ ਆ। ਤੇ ਉਹ ਤਾਂ ਅਸੀਂ ਕਹਿੰਦੇ ਵੀ ਹਾਂ ਉਹ ਵੀ ਮਲਕ ਮਲਕ ਤੁਰਦਾ, ਮੈਂ ਵੀ ਜਾਈ ਚੱਲਾਂ, ਕਿਤੇ ਤਾਂ ਜਾ ਹੀ ਰਿਹਾ ਉਹ, ਮੈਂ ਇਹਦੇ ਪਿੱਛੇ ਪਿੱਛੇ ਜਾ ਕੇ ਮੈਂ ਵੀ ਪਹੁੰਚ ਜਾਊਂਗਾ। ਪਰ ਜਦੋਂ ਊਠ ਪਹੁੰਚਣ ਲੱਗਦਾ ਤਾਂ ਉਹ ਕਹਿੰਦਾ ਓਹੋ, ਮੈਂ ਤਾਂ ਪਾਣੀ ਦੀ ਤਲਾਸ਼ ਵਿੱਚ, ਪਾਣੀ ਤਾਂ ਹੈ ਨਹੀਂ, ਹਾਂਜੀ ਇਹ ਤਾਂ ਰੇਤਾ ਆ। ਤੇ ਉਹ ਜਦੋਂ ਅਸੀਂ ਤਾਂ ਪਿੱਛੇ ਤੁਰ ਰਹੇ ਹਾਂ, ਤੇ ਫਿਰ ਵਿੱਚ ਮੈਂ ਬਸ ਐਂਡ ਹੀ ਕਰ ਰਿਹਾ। ਸਭ ਕੁਝ ਦੇਖ ਕੇ ਮੈਂ ਵਾਪਸ ਹੀ ਮੁੜ ਆਇਆ। ਤੁਰਦਾ ਤਾਂ ਮੈਂ ਹੁਣ ਵੀ ਹਾਂ, ਤੁਰਦਾ ਤੁਰਦਾ ਥੱਕ ਵੀ ਜਾਣਾ। ਇਹ ਹਿਊਮਨ ਨੇਚਰ ਹੈ ਜੀ, ਕਿ ਅਸੀਂ ਡਿਵਾਈਨ ਡਿਸਕੰਟੈਂਟ ਆ ਸਾਡੇ 'ਚ। ਅਸੀਂ ਧੁਰੋਂ ਲਿਖਾ ਕੇ ਆਏ, ਤਕਦੀਰਾਂ ਵਿੱਚ ਵਿਛੋੜੇ। ਇਹ ਸਾਡੇ, ਜਿਸ ਤਰ੍ਹਾਂ ਸ਼ਿਵ ਵੀ ਕਹਿੰਦਾ ਕਿ ਸਾਡੇ ਪੋਤਰਿਆਂ ਦੇ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ। ਹਾਂਜੀ, ਪਰ ਤੁਰਦਾ ਤੁਰਦਾ ਮੈਂ ਅੱਕਦਾ ਨਹੀਂ, ਕਿਉਂਕਿ ਤੁਰਦੇ ਤਾਂ ਮੈਂ ਰਹਿਣਾ ਹੀ ਹੈ। ਮਤਲਬ ਸਟਰਗਲ ਕਰਨੀ, ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਮਿਹਨਤ ਕਰਦੇ ਰਹਿਣਾ ਚਾਹੀਦਾ। ਮੰਜ਼ਿਲ ਭਾਵੇਂ ਦੂਰ ਤੱਕ ਵੀ ਨਹੀਂ ਦਿਸਦੀ, ਇਹ ਨਹੀਂ ਦਿਸਦੀ ਹੈ, ਨਹੀਂ ਦਿਸਦੀ, ਪਰ ਹੁਣ ਰੁਕਣਾ ਤਾਂ ਮੈਂ ਵੀ ਨਹੀਂ, ਕਿਉਂਕਿ ਹੁਣ ਮੈਨੂੰ ਇੰਨਾ ਤਾਂ ਪਤਾ ਹੈਗਾ ਕਿ ਰਸਤੇ ਭਾਵੇਂ ਮੰਜ਼ਿਲ ਤਾਂ ਨਹੀਂ ਹੁੰਦੇ, ਪਰ ਮੰਜ਼ਿਲ ਵੱਲ ਜਾਂਦੇ ਰਸਤੇ ਆਪਣੇ ਆਪ ਵਿੱਚ ਮੰਜ਼ਿਲ ਹੀ ਤਾਂ ਹੁੰਦੇ ਆ। ਇਸੇ ਲਈ ਤੁਰਦੇ ਤਾਂ ਮੈਂ ਰਹਿਣਾ ਹੀ ਹੈ। ਜਿੱਤ ਵੱਲ ਪਲੰਘਾਂ ਧਰ ਕੇ ਖੁਦੀ ਸੰਗ ਜੂਝਦੇ ਦਾ ਮਤਲਬ ਆ ਕਿ ਆਪਣੇ ਨਾਲ ਜਿਹੜਾ ਕੌਨਫਲਿਕਟ ਆ, ਸੈਲਫ ਦਾ ਜਿਹੜਾ ਕੌਨਫਲਿਕਟ, ਆਪਣੇ ਆਪ ਨਾਲ ਜਿਹੜਾ। ਜੀ ਸਾਰੀ ਕਵਿਤਾ ਇੱਕ ਵਾਰੀ ਵਨ ਫਲੋ 'ਚ ਪੜ੍ਹ ਦਿਓ ਪਲੀਜ਼ ਇੱਕ ਵਾਰੀ ਅੱਗੇ, ਕਿਉਂਕਿ ਆਪਾਂ ਤੋੜ ਕੇ ਰੈਫਰੈਂਸ ਦਿੰਦੇ ਹੋਏ ਪੜ੍ਹੀ ਹੈ। ਇੱਕ ਵਾਰੀ ਪੜ੍ਹ ਦਿਓ ਤਾਂ ਫਿਰ ਆਪਾਂ ਇਜਾਜ਼ਤ ਲਈਏ ਜੀ ਉਸ ਤੋਂ ਬਾਅਦ ਇੱਦਾਂ ਹੀ ਨਾਲ। ਹਾਂਜੀ, ਆਪਣਾ ਹੁਣ ਸਮਾਂ ਸਮਾਪਤ ਹੋ ਜਾਣਾ ਜੀ, ਪਲੀਜ਼। ਹਾਂਜੀ, ਇੱਕ ਵਾਰੀ ਇਹਨੂੰ ਰੈਫਰੈਂਸ ਦੇ ਨਾਲ ਹੀ ਪੂਰਾ ਇੱਕ ਫਲੋ ਦੇ ਵਿੱਚ ਪੜ੍ਹ ਦਈਏ ਦੁਬਾਰਾ। ਰੁਕਿਆ ਤਾਂ ਮੈਂ ਤਾਂ ਸੀ ਕਿ ਬਰਗਦ ਦੇ ਰੁੱਖ ਹੇਠ ਬੈਠ ਕੇ ਧਿਆਨ ਲਗਾ ਸਕਾਂ, ਸਮਝਣ ਲਈ ਕਿ ਗਿਆਨ ਕਿਵੇਂ ਪ੍ਰਾਪਤ ਕਰੀਦਾ ਹੈ। ਫਿਰ ਮੈਂ ਰੁਕਿਆ ਸੀ ਇਹ ਸੋਚ ਕੇ ਕਿ ਅਚਾਨਕ ਖਿੱਚੀ ਗਈ ਰੇਖਾ ਨੂੰ ਪਾਰ ਕਰਾਂ ਜਾਂ ਨਾ ਕਰਾਂ। ਫਿਰ ਮੈਂ ਰੁਕਿਆ ਸੀ ਇਹ ਸੋਚਦੇ ਕਿ ਪਾਣੀਆਂ ਵਿੱਚ ਖਿੱਚੀ ਉਸ ਰੇਖਾ ਨੂੰ ਕਿਵੇਂ ਪਾਰ ਕਰਾਂ। ਫਿਰ ਮੈਂ ਰੁਕਿਆ ਸੀ ਕਿ ਨੀਲੇ ਘੋੜੇ ਉੱਤੇ ਸਵਾਰ ਦੀ ਕਥਾ ਸਮਝ ਸਕਾਂ। ਕਥਾ ਸੁਣਨ ਬਾਅਦ, ਯਾਨੀ ਮੈਂ ਕਥਾ ਸਮਝ ਗਿਆ, ਕਥਾ ਸੁਣਨ ਬਾਅਦ ਮੈਂ ਚੰਦਰਮਾ ਤੇ ਚੜ੍ਹਨ ਦਾ ਨਿਸ਼ਚਾ ਕੀਤਾ। ਅਪੜ ਤਾਂ ਗਿਆ ਪਰ ਉੱਥੇ ਨਾ ਰਿਹਾ ਗਿਆ, ਵਾਪਸ ਤਾਂ ਮੁੜਨਾ ਹੀ ਸੀ। ਫਿਰ ਮੈਂ ਕਦੇ ਭੇਡ ਪਿੱਛੇ ਤੁਰਦਾ, ਕਦੇ ਊਠ ਪਿੱਛੇ। ਭੇਡ ਤਾਂ ਹੋਰ ਭੇਡਾਂ ਦੇ ਮਗਰ ਮਗਰ ਸੀ, ਊਠ ਤਾਂ ਪਾਣੀ ਦੀ ਤ੍ਰਿਸ਼ਨਾ ਵਿੱਚ ਰੇਤ ਹੀ ਦੇ ਮਗਰ ਸੀ, ਮਲਕ ਮਲਕ ਤੁਰੀ ਜਾਂਦਾ ਸੀ। ਸਭ ਕੁਝ ਦੇਖ ਕੇ ਮੈਂ ਵਾਪਸ ਹੀ ਆ ਗਿਆ। ਤੁਰਦੇ ਤਾਂ ਮੈਂ ਰਹਿਣਾ ਹੀ ਹੈ। ਮੰਜ਼ਿਲ ਭਾਵੇਂ ਦੂਰ ਤੱਕ ਨਹੀਂ ਦਿਸਦੀ, ਪਰ ਮੈਨੂੰ ਇਹ ਪਤਾ ਹੈਗਾ ਕਿ ਰਸਤੇ ਭਾਵੇਂ ਮੰਜ਼ਿਲ ਤਾਂ ਨਹੀਂ ਹੁੰਦੇ, ਪਰ ਮੰਜ਼ਿਲ ਵੱਲ ਜਾਂਦੇ ਰਸਤੇ ਆਪਣੇ ਆਪ ਵਿੱਚ ਮੰਜ਼ਿਲ ਹੀ ਤਾਂ ਹੁੰਦੇ ਆ। ਇਸੇ ਲਈ ਤੁਰਦੇ ਤਾਂ ਮੈਂ ਰਹਿਣਾ ਹੀ ਹੈ। ਜਿੱਤ ਵੱਲ ਪਲੰਘਾਂ ਧਰ ਕੇ ਖੁਦ ਹੀ ਸੰਗ ਜੂਝਦੇ। ਇਹ ਸਮਾਂ ਤੁਹਾਡੇ ਬਹੁਤ ਮਿਹਰਬਾਨੀ। ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹ ਜਿਹੜਾ ਆਪਣੇ ਕੋਲ ਹੁਣ 2 ਮਿੰਟ ਹੀ ਹੋਣੇ ਆ ਜੀ ਬਸ। ਹਾਂਜੀ ਪਲੀਜ਼। ਇਹ ਜਿਹੜੀ ਕੰਟੈਂਪਰੇਰੀ ਲਿਟਰੇਰੀ ਕ੍ਰਿਟਿਸਿਜ਼ਮ ਹੈ ਜੀ, ਠੀਕ ਹੈ, ਇਹ ਸਾਰੀ ਦੁਨੀਆ ਦੀ ਇੱਕ ਕਿਤਾਬ ਹੁੰਦੀ ਹੈ ਹਰ ਸਾਲ। ਹਾਂਜੀ, ਇਹਦੇ ਵਿੱਚ ਜਿਹੜੇ ਮਤਲਬ ਤੁਸੀਂ ਕਹਿ ਸਕਦੇ ਕਹਿੰਦੇ ਕਹਾਉਂਦੇ ਕਹਿ ਲਓ, ਜਾਂ ਜਿਨ੍ਹਾਂ ਨੇ ਬੜੀ ਬਹੁਤ ਮਿਹਨਤ ਨਾਲ ਲਿਖੇ ਹੁੰਦੇ ਆਰਟੀਕਲ ਕ੍ਰਿਟਿਸਿਜ਼ਮ ਦੇ, ਲਿਟਰੇਚਰ ਦੇ ਉੱਪਰ ਕ੍ਰਿਟਿਸਿਜ਼ਮ ਦੇ, ਠੀਕ ਹੈ, ਉਹ ਸ਼ਾਮਲ ਹੁੰਦੇ ਆ ਜੀ। ਇਹਨਾਂ ਦਾ ਐਨਾਲਿਸਿਸ ਬੜੇ ਲੋਕ ਕਰਦੇ ਆ, ਬੋਰਡ ਆਫ ਸਟੱਡੀਜ਼ ਬਹਿੰਦਾ। ਵੈਰੀ ਗੁੱਡ। ਤੇ ਇਹਦੇ ਵਿੱਚ ਮੇਰਾ ਆਰਟੀਕਲ ਛਪਿਆ ਸੀ CLC ਦੇ ਵਿੱਚ, ਠੀਕ ਹੈ। ਤੇ ਮੈਂ ਇੱਥੇ
ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਕਿ ਮੇਰੀ ਇੱਕ ਕਿਤਾਬ, ਇਹ ਵੀ ਬੜੀ ਪਪੂਲਰ ਕਿਤਾਬ ਹੈ ਜੀ, ਹਾਂਜੀ ਇਹ ਹੁਣ Amazon ਤੇ ਵੀ ਆ ਰਹੀ ਹੈ, ਟਪੇਸਟਰੀ ਆਫ ਇੰਡੀਅਨ ਇੰਗਲਿਸ਼ ਫਿਕਸ਼ਨ। ਠੀਕ ਹੈ। ਇਹਦੇ ਵਿੱਚ ਜਿਸ ਤਰ੍ਹਾਂ ਰੋਜ਼ਮੇਰੀ ਸਲੀਵਾਨ ਆ, ਮੁਲਕ ਰਾਜਾ ਆਨੰਦ ਆ, ਹਾਂਜੀ ਫਰੈਂਕ ਡੇਵੀ ਆ, ਇਹਨਾਂ ਨੇ ਆਪਣੇ ਵਿਚਾਰ ਦੱਸੇ ਆ ਮੇਰੇ ਬਾਰੇ। ਤੇ ਫਿਰ ਬਹੁਤ ਸਾਰੀਆਂ ਕਿਤਾਬਾਂ ਰਹਿ ਗਈਆਂ ਕਿਉਂਕਿ ਤੁਹਾਡੇ ਕੋਲ ਸਮਾਂ ਇੰਨਾ ਹੈ ਨਹੀਂ। ਜੀ ਜੀ ਜੀ। ਤੇ ਇਹ ਮੈਂ ਦੱਸਣਾ ਜ਼ਰੂਰ ਚਾਹੁੰਦਾ ਜੀ ਕਿ ਬਹੁਤ ਸਾਰੇ ਲੋਕਾਂ ਨੇ ਆਪਣੀਆਂ PhD ਕੀਤੀਆਂ ਆ ਮੇਰੇ ਇਸ ਥੀਸਿਸ ਦੇ ਤੋਂ ਤੰਦ ਲੈ ਕੇ, ਓਕੇ, ਔਰ ਉਸ ਨੂੰ ਡਾਕੂਮੈਂਟ ਕਰਦੇ ਆ। ਵੈਰੀ ਗੁੱਡ। ਇਹ ਗੂਗਲ ਦੇ ਉੱਪਰ ਆ ਰਾਈਟ ਕਿ ਮੈਂ ਇਹ ਰਿਸਰਚ ਕੀਤੀ ਆ। ਹਾਂਜੀ। ਇਹ 3 ਜਿਹੜੇ ਹੈਗੇ ਆ ਸਕਾਲਰ, ਉਹਨਾਂ ਨੇ MPhil ਕੀਤੀ ਆ। ਅੱਛਾ ਜੀ। 2 ਸਕਾਲਰ ਨੇ PhD ਕੀਤੀ ਆ। ਜੀ। ਉਹ ਕਹਿੰਦੇ ਅਸੀਂ ਆਈਡੀਆ ਰਜੇਸ਼ ਕੇ ਪੱਲਣ ਤੋਂ ਲਿਆ। ਵੈਰੀ ਗੁੱਡ। ਮੈਂ ਖੁਸ਼ ਤਾਂ ਹੋਇਆ ਨਾ, ਪਰ ਮੈਨੂੰ ਹੋਰ ਮਿਹਨਤ ਕਰਨ ਦੇ ਲਈ ਇਹ ਗੱਲ ਮਜਬੂਰ ਕਰਦੀ ਹੈ ਕਿ ਮੈਂ ਹੋਰ ਮਿਹਨਤ ਕਰਾਂ। ਕਿ ਜੇ ਅਸੀਂ ਆਪਣੇ ਆਪ ਹੀ ਕਹੀ ਚੱਲੀਏ ਨਾ ਜੀ, ਹਾਂਜੀ, ਉਹਦਾ ਕੋਈ ਇੰਨਾ ਫਾਇਦਾ ਨਹੀਂ ਹੁੰਦਾ। ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਆ, ਵਿਚਰਦੇ ਆ, ਤਾਂ ਫਿਰ ਉਹ ਲੋਕ ਡਾਕੂਮੈਂਟ ਕਰਦੇ ਆ, ਔਰ ਲੋਕ ਉਹ ਤੁਹਾਨੂੰ ਰੈਫਰ ਕਰਕੇ ਔਰ ਉਹਨੂੰ ਐਕਸੈਪਟ ਕਰਕੇ ਉਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਜੋ ਲਿਖਿਆ ਆ ਹਾਂਜੀ, ਉਹਦੀ ਅਸੀਂ ਪ੍ਰੋੜਤਾ ਕਰਦੇ ਹਾਂ। ਰਾਈਟ। ਤਾਂ ਫਿਰ ਮਿਹਨਤ ਤਾਂ ਕਰਨੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਸੋ ਡਾਕਟਰ ਸਾਹਿਬ, ਸੋ ਨਾਈਸ ਆਫ ਯੂ, ਥੈਂਕ ਯੂ ਸੋ ਮਚ। ਮੈਂ ਦੁਬਾਰਾ ਫਿਰ ਇਹੀ ਗੁਸਤਾਖੀ ਕਰ ਰਿਹਾ ਵੀ ਤੁਹਾਡਾ ਸਮਾਂ ਜਿਹੜਾ ਹੈ ਉਹ ਜਿੰਨਾ ਚਾਹੀਦਾ ਮੇਰੇ ਕੋਲ ਉਹਨਾਂ ਦਿੱਤਾ ਨਹੀਂ ਗਿਆ ਅੱਜ, ਪਰ ਜਿੰਨੀ ਕੁ ਆਪਾਂ ਗੱਲਬਾਤ ਕੀਤੀ ਹੈ ਮੈਨੂੰ ਇਹ ਲੱਗਦਾ ਕਿ ਇੱਕ ਵੱਖਰੀ ਡਾਇਮੈਂਸ਼ਨ ਨੂੰ ਟੱਚ ਕਰਨ ਦੀ ਸਾਡੀ ਅੱਜ ਕੋਸ਼ਿਸ਼ ਸੀ। ਕਿਉਂਕਿ ਕਈ ਵਾਰ ਅਸੀਂ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟੌਪਿਕਸ ਨੇ, ਵਿਸ਼ੇ ਆ ਸਾਡੇ ਪ੍ਰੋਗਰਾਮ ਦੇ ਵਿੱਚ, ਗੀਤ ਸੰਗੀਤ ਦੀ ਗੱਲ ਕਰ ਲਈਏ, ਪੋਲੀਟਿਕਸ ਦੀ ਗੱਲ ਕਰ ਲਈਏ, ਸਾਡੇ ਲੋਕਲ ਮਸਲਿਆਂ ਦੀ, ਜਿੰਨਾ ਮਰਜ਼ੀ ਅਸੀਂ ਗੱਲਾਂ ਤਾਂ ਕਰਦੇ ਰਹੀਦਾ, ਪਰ ਮੈਨੂੰ ਇਹ ਲੱਗਦਾ ਵੀ ਕਈ ਵਾਰ ਜਿਹੜਾ ਇਹ ਇੱਕ ਵਿਸ਼ਾ ਹੈ ਜਿਹੜਾ ਇੰਟੈਲੈਕਚੁਅਲ ਲੈਵਲ ਦੇ ਉੱਪਰ ਲਿਖਣ ਦਾ, ਪੜ੍ਹਨ ਦਾ ਸ਼ੌਂਕ ਜਾਂ ਲਿਖਣ ਲਈ ਆਪਣੇ ਆਪ ਨੂੰ ਪ੍ਰੇਰਿਤ ਕਰਨਾ, ਉਹ ਕਿਤੇ ਨਾ ਕਿਤੇ ਅਸੀਂ ਅਨਟੱਚ ਜਿਹਾ ਛੱਡੀ ਬੈਠੇ ਹਾਂ। ਮੈਂ ਆਪਣੀ ਵੀ ਗੱਲ ਕਰਾਂ ਤਾਂ ਮੈਂ ਖੁਦ ਜੇ ਆਪਣੀ ਗੱਲ ਕਰਾਂ, ਬਦਕਿਸਮਤੀ ਆ ਮੇਰੀ ਕਿ ਲਿਖਣਾ ਤਾਂ ਕੀ, ਮੈਨੂੰ ਪੜ੍ਹਨ ਦਾ ਕਈ ਵਾਰੀ ਅਸੀਂ ਉਹਨਾਂ ਟਾਈਮ ਨਹੀਂ ਕੱਢ ਪਾਉਂਦੇ। ਜਾਂਦੇ ਜਾਂਦੇ ਜੇਕਰ ਸਿਰਫ ਇਸ ਨੋਟ ਦੇ ਉੱਪਰ ਤੁਹਾਡੇ ਤੋਂ ਇਜਾਜ਼ਤ ਲਵਾਂ, ਕਿਵੇਂ ਇਨਕਰੇਜ ਕਰੋਗੇ ਨਵੀਂ ਪੀੜ੍ਹੀ ਨੂੰ, ਜਾਂ ਈਵਨ ਜਿਹੜੇ ਹੁਣ ਵੀ ਇਹੋ ਜਿਹੇ ਲੋਕ ਜਿਹੜੇ ਲਿਖ ਸਕਦੇ ਨੇ, ਸਾਨੂੰ ਮੈਸੇਜ ਦੇ ਕੇ ਆਪਣੇ ਡਾਕੂਮੈਂਟ ਕਰਕੇ ਚੀਜ਼ਾਂ ਛੱਡ ਸਕਦੇ ਨੇ ਸਾਡੇ ਲਈ, ਜਿਹੜੇ ਲਿਖਣ ਦੀ ਚੇਟਕ ਤੇ ਪੜ੍ਹਨ ਦੀ ਚੇਟਕ ਜਿਹੜੀ, ਉਹਨਾਂ ਲਈ ਸਿਰਫ 1.5 ਮਿੰਟ ਦੇ ਵਿੱਚ ਲਿਖ ਤਾਂ ਇਸ ਤਰ੍ਹਾਂ ਹੀ ਹੋ ਸਕਦਾ ਜੇ ਤੁਸੀਂ ਪੜ੍ਹਿਆ ਜਾਵੇ। ਠੀਕ ਹੈ। ਮੇਰੇ ਮੁਤਾਬਕ ਜਿਹਨੇ ਮੇਰੀ ਤੁੱਛ ਜਿਹੀ ਬੁੱਧੀ ਆ, ਹਾਂਜੀ, ਉਹਦੇ ਮੁਤਾਬਕ ਐਟ ਲੀਸਟ, ਜ਼ਿਆਦਾ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਆ, ਵੈਸੇ ਐਟ ਲੀਸਟ 1 ਸਾਲ ਦੇ ਵਿੱਚ 1 ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ। ਅੱਛਾ, 1 ਸਾਲ 'ਚ 1 ਕਿਤਾਬ ਤਾਂ, ਹਾਂ, ਇਹ ਤਾਂ ਬਹੁਤ ਸੌਖਾ ਕੰਮ ਹੈ। ਹਾਂਜੀ, ਇੰਨਾ ਕੁ ਤਾਂ ਪੜ੍ਹਿਆ ਜਾ ਸਕਦਾ। ਔਰ ਅਗਰ ਕੋਸ਼ਿਸ਼ ਕਰ ਲਈ ਜਾਵੇ ਇਹਨੂੰ ਹੋਰ ਨੈਰੋ ਡਾਊਨ ਕਰਨਾ ਹੋਏ, ਹਾਂਜੀ, ਤਾਂ ਜਿਹੜੇ ਨੋਬਲ ਪ੍ਰਾਈਜ਼ ਵਿਨਿੰਗ ਬੁੱਕ ਹੁੰਦੀ ਆ, ਹਾਂਜੀ, ਇਹ ਨੋਵਲ ਹੁੰਦਾ, ਹਾਂਜੀ, ਤਾਂ ਪੋਇਟਰੀ ਵੀ ਹੋ ਸਕਦੀ, ਜੀ ਜੀ, ਨੋਬਲ ਪ੍ਰਾਈਜ਼ ਵਿਨਿੰਗ ਜਿਹੜੀ ਬੁੱਕ ਆ ਜ਼ਰੂਰ ਪੜ੍ਹਨੀ ਚਾਹੀਦੀ। ਹਾਂ, ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਵੀ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਚੁਣੀਏ ਕਿੱਦਾਂ। ਸੋ ਇਹ ਜਿਹੜੇ ਬੰਦਿਆਂ ਨੇ ਆਲਰੇਡੀ ਉਹ ਚੁਣ ਕੇ ਤਾਂ ਅਵਾਰਡ ਦੇ ਦਿੱਤੇ ਆ, ਚੁਣੀ ਹੁੰਦੀ ਹੈ ਜੀ, ਕਿੰਨੇ ਉਹ ਤਾਂ ਰਾਈਟ ਵੇ ਲੱਭ ਗਈ। ਹਾਂ, ਵੈਰੀ ਗੁੱਡ ਪੁਆਇੰਟ। ਤੇ ਬਾਕੀ ਜਿਹੜਾ ਹੈਗਾ ਲਿਖਣ ਵਾਲੀ ਸਾਈਡ ਨੂੰ ਕਿਵੇਂ ਪ੍ਰੇਰਿਤ ਕਰਨਾ ਚਾਹੀਦਾ? ਲਿਖਣ ਦੀ ਗੱਲ ਇਹ ਹੈ ਜੀ ਕਿ ਇਹ ਕਲਾ ਹੈ ਕਿ ਜਾਂ ਇਹ ਗੋਡ ਗਿਫਟ ਹੈ ਜੀ? ਇਹ 99% ਜਿਹੜੀ ਹੈਗੀ ਹੈ ਜੀ ਪਰਸਪੀਰੇਸ਼ਨ, 99% ਜਿਹੜੀ ਉਹ ਲੇਬਰ ਆ, ਤੁਹਾਡੀ ਮਿਹਨਤ ਆ। ਓਕੇ। 1% ਆ ਜਿਹੜੀ ਉਹ ਗੋਡ ਦਾ ਗਿਫਟ। ਅੱਛਾ, ਹਾਂਜੀ। ਕਿਉਂਕਿ ਲਿਖਣ ਦਾ ਕੋਈ, ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਬਾਰ-ਬਾਰ, ਹਾਂਜੀ, ਕਿ ਲਿਖਣ ਦੇ ਬਾਰੇ, ਲਿਖਣ ਦੀ ਗੱਲ ਇਹ ਹੁੰਦੀ ਹੈ ਜੀ ਕਿ ਇੱਕ ਥੀਮ ਹੁੰਦਾ, ਹਾਂਜੀ, ਇੱਕ ਸਟਾਈਲ ਹੁੰਦਾ, ਰਾਈਟ, 2 ਹੀ ਚੀਜ਼ਾਂ ਹੁੰਦੀਆਂ ਲਿਖਣ ਚੋਂ, ਤਾਂ ਕੋਈ ਤੀਸਰੀ ਚੀਜ਼ ਨਹੀਂ ਹੁੰਦੀ। ਜੀ ਜੀ। ਮਤਲਬ ਇੱਕ ਤਾਂ ਹੈਗੀ WHAT, 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 ਹਾਂਜੀ, what you are writing, ਹਾਂਜੀ। ਦੂਸਰੀ ਗੱਲ ਹੈਗੀ how you are writing, ਵੈਰੀ ਗੁੱਡ। ਇਹ ਜਿਹੜੀ what and how ਆ ਨਾ, ਹਾਂਜੀ, ਅਗਰ ਇਹਦਾ ਸੁਮੇਲ ਹੋ ਜਾਵੇ ਤਾਂ ਫਿਰ ਉਹ ਲਿਖ। ਸੋ ਉਧਰੋਂ ਕੰਟੈਂਟ ਕੀ ਹੈ ਤੇ ਮਿਹਨਤ ਕੀ ਹੈ, ਡੈਡੀਕੇਸ਼ਨ ਕੀ ਹੈ, ਸਟਾਈਲ ਕੀ ਹੈ, ਸਟਾਈਲ ਤੇ ਡੈਡੀਕੇਸ਼ਨ, ਕਮਿਟਮੈਂਟ। ਸਟਾਈਲ ਤਾਂ ਆਉਣਾ ਜੀ ਕਿ ਤੁਸੀਂ ਲਿਟਰੇਚਰ ਬਹੁਤ ਪੜ੍ਹਿਆ ਹੋਵੇ, ਵੈਰੀ ਗੁੱਡ। ਤੇ ਵੈਸੇ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਮੈਨੂੰ ਪੁੱਛੋ ਤਾਂ ਕੀ ਕਰਨਾ ਚਾਹੀਦਾ, ਹਾਂਜੀ, ਤੇ ਇੱਕ ਜਿਹੜੀ ਨੈਸ਼ਨਲ ਇੰਟਰਨੈਸ਼ਨਲ ਜਿਹੜੀ ਨਿਊਜ਼ਪੇਪਰ ਆ, ਹਾਂਜੀ, ਜਾਂ ਮੀਡੀਆ ਚੈਨਲ ਦੀਆਂ ਜਿਹੜੀਆਂ ਡਿਸਕਸ਼ਨਸ ਆ, ਹਾਂਜੀ, ਉਹ ਜ਼ਰੂਰ ਸੁਣਨੀਆਂ ਚਾਹੀਦੀਆਂ, ਔਰ ਅਖਬਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਵੈਰੀ ਗੁੱਡ। ਅਖਬਾਰ ਦੇ ਵਿੱਚ ਜੇ ਤੁਸੀਂ ਹਰ ਰੋਜ਼ ਹੀ ਅਖਬਾਰ ਪੜ੍ਹਦੇ ਆ ਨਾ ਜੀ, ਤਾਂ ਤੁਹਾਡਾ ਨੌਲੇਜ ਬ੍ਰਿਟਿਸ਼ ਮਿਊਜ਼ੀਅਮ ਜਿੰਨਾ ਹੋ ਜਾਂਦਾ, ਬ੍ਰਿਟਿਸ਼ ਮਿਊਜ਼ੀਅਮ ਲਾਇਬ੍ਰੇਰੀ ਜਿੰਨਾ ਹੋ ਜਾਂਦਾ ਤੁਹਾਡਾ। ਬਹੁਤ ਖੂਬ। ਕਿਉਂਕਿ ਅਖਬਾਰ ਵਾਲੇ ਸਾਰੀ ਚੀਜ਼ ਨੂੰ ਟੱਚ ਕਰਦੇ ਆ, ਚਾਹੇ ਟੈਂਜੈਂਸ਼ੀਅਲੀ ਟੱਚ ਕਰਨ, ਥੋੜਾ ਟੱਚ ਕਰਨ। ਇਹਦੇ ਨਾਲ ਨਾ ਇਹ ਇੰਨਾ ਕੋਈ ਖਾਸ ਔਖਾ ਕੰਮ ਵੀ ਹੈ ਨਹੀਂ। ਹਾਂਜੀ, ਅੱਜ ਕੱਲ ਆਪਾਂ ਕਹਿ ਦਿੰਦੇ ਆ ਕਿ ਸਾਡੇ ਕੋਲ ਸਮਾਂ ਹੈ ਨਹੀਂ ਜੀ, ਸਮੇਂ ਦੀ ਬੜੀ ਘਾਟ ਆ, ਜਿਹਨੂੰ ਪੁੱਛ ਲਓ, ਫੋਨ ਕਰ ਲਓ, ਵੈਸੇ ਕਰ ਲਓ। ਮੈਂ ਕਦੀ ਨਹੀਂ ਕਿਸੇ ਨੂੰ ਕਿਹਾ ਕਿ ਸਮੇਂ ਦੀ ਘਾਟ। ਹਾਂਜੀ,
ਐਡਜਸਟ ਕਰਨਾ ਮੇਰੇ ਕੋਲ ਪੈਣਾ, ਸਮੇਂ ਦਾ ਸਮਾਂ ਹੀ ਹੈ ਜੀ, ਬਹੁਤ ਸਮਾਂ ਹੈ। ਲੱਭਣਾ ਪੈਣਾ। ਹਾਂਜੀ, ਇਹ ਲੱਭਣਾ ਪੈਣਾ। ਤੁਸੀਂ ਜਰਾ ਜਲਦੀ ਤੜਕੇ ਉੱਠ ਸਕਦੇ ਆ, ਹਾਂਜੀ ਸਮੇਂ ਦੀ ਜਿਹੜੀ ਉਪਯੋਗਤਾ ਸਿੱਖ ਸਕਦੇ ਆ। ਹਾਂਜੀ ਠੀਕ ਹੈ ਨਾ ਜੀ। ਜੀ। ਤੇ ਇਹ ਤਾਂ ਕਹਿਣਾ ਬੜਾ ਆਸਾਨ, ਆਈ ਵਾਜ਼ ਇਨ ਅ ਮੀਟਿੰਗ, ਆਈ ਵਾਜ਼ ਬਿਜ਼ੀ, ਹਾਂਜੀ ਆਈ ਕੁਡਨਟ ਕੰਟੈਕਟ ਯੂ, ਆਈ ਕੁਡਨਟ ਸਟੱਡੀ, ਹਾਂਜੀ ਆਈ ਕੁਡਨਟ ਰੀਡ। ਜੀ ਡਿਡ ਯੂ ਰੀਡ ਦੈਟ ਸਟੋਰੀ ਹਾਂ in the Globe and Mail? No, I ਨਹੀਂ, couldn't. time I ਨਹੀਂ was ਲੱਗਿਆ। very busy. I didn't have time. ਹਾਂਜੀ ਜਿਹੜਾ ਟਾਈਮ ਹੈ ਨਾ ਜੀ, ਟਾਈਮ ਰਾਈਟ ਤਾਂ ਤੁਸੀਂ ਆਪਣੇ ਆਪ ਹੀ ਉਸ ਟਾਈਮ ਦੇ ਉੱਪਰ ਆਪ ਹੀ ਸੰਨ ਮਾਰ ਲਈ। ਡਾਕਟਰ ਸਾਹਿਬ ਤੁਸੀਂ ਉਹਦੀ ਉਪਯੋਗਤਾ ਜਿਹੜੀ ਚੰਗੇ ਢੰਗ ਨਾਲ ਨਹੀਂ ਕਰ ਰਹੇ, Right. ਇਹ ਤਾਂ ਪਤਾ ਹੋਣਾ ਚਾਹੀਦਾ ਨਾ। ਜੀ। ਇਹ ਕਈ ਵਾਰੀ ਮੇਰੇ ਤੇ ਵੀ ਹੋ ਜਾਂਦਾ, ਹਾਂਜੀ, ਮੈਂ ਵੀ ਹਾਂਜੀ। ਚੰਗੇ ਤਰੀਕੇ ਨਾਲ ਨਹੀਂ ਉਪਯੋਗਤਾ ਕਰਦਾ। ਜੀ। ਫਿਰ ਮੈਨੂੰ ਕੋਈ ਅੰਦਰੂਨੀ ਚੀਜ਼ ਆ, ਇਨਰ ਵੌਇਸ, ਉਹ ਦੱਸਦੀ ਆ ਹਾਂਜੀ। ਕਿ ਨੋ, ਜੀ ਯੂ ਹੈਵ ਟੂ ਕਮ ਬੈਕ। ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਆਪਾਂ ਨਾ ਇੱਕ ਸੈਸ਼ਨ ਸਾਡਾ ਅਗਲਾ ਹੋਰ ਪਾਰਟ ਵੀ ਰੱਖਦੇ ਆ, ਸਾਡਾ ਪਾਰਟ 2 ਸਾਡੀ ਇਸੇ ਗੱਲਬਾਤ ਦਾ ਰੱਖਾਂਗੇ ਔਰ ਫਿਰ ਦੁਬਾਰਾ ਕਿਸੇ ਦਿਨ ਤੁਹਾਨੂੰ ਖੇਚਲ ਦੇਵਾਂਗੇ। ਔਰ ਸੱਚੀ ਮੈਨੂੰ ਬਹੁਤ ਮਜ਼ਾ ਆਇਆ ਔਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਲਿਸਨਰਸ ਨੇ, ਜਿਹੜੀ ਇੱਕ ਵੱਖਰੀ ਤਰ੍ਹਾਂ ਦੀ ਸਾਡੀ ਸਾਰਿਆਂ ਦੀ ਭੁੱਖ ਹੁੰਦੀ ਨਾ, ਕਈ ਵਾਰੀ ਬੰਦੇ ਦਾ ਦਿਲ ਕਰਦਾ ਹੁੰਦਾ ਮਿੱਠਾ ਖਾਣ ਦਾ, ਹਾਂਜੀ। ਕਦੀ ਨਮਕੀਨ ਖਾਣ ਦਾ, ਕਦੀ ਥੋੜਾ ਜਿਹਾ ਚਟਕਾਰੇ ਲੈਣ ਦੀ ਗੱਲ ਹੁੰਦੀ, ਤਾਂ ਅੱਜ ਇਹ ਵੱਖਰੀ ਤਰ੍ਹਾਂ ਦੇ ਚਟਕਾਰੇ ਜਿਹੜੇ ਆ ਮੈਨੂੰ ਲੱਗਦਾ ਸਾਡੇ ਲਿਸਨਰਸ ਨੇ ਜ਼ਰੂਰ ਮਾਣੇ ਹੋਣੇ ਆ। ਹਾਂਜੀ। ਸੋ ਇੱਕ ਵਾਰ ਫਿਰ ਅਸੀਂ ਤੁਹਾਡਾ ਧੰਨਵਾਦ ਕਰਦੇ ਹੋਏ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਣ ਤੇ ਹੋਰ ਜ਼ਿਆਦਾ ਬਿਹਤਰ ਤੇ ਵਧੀਆ ਤੇ ਵੱਡਾ ਲਿਖਣ ਦੇ ਲਈ ਤੁਸੀਂ ਉਪਰਾਲੇ ਕਰਦੇ ਰਹੋ ਸਰ। ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਤੁਸੀਂ ਸਾਡੇ Thanks for ਸਟੂਡੈਂਟ having me. ਜੀ Thanks ਬਹੁਤ for your ਸ਼ੁਕਰੀਆ। ਸੋ channel ਡਾਕਟਰ ਸਾਹਿਬ and I wish progress and prosperity for your channel. ਸੋ ਨਾਈਸ ਆਫ ਯੂ ਸਰ, ਥੈਂਕ ਯੂ ਸੋ ਮਚ। ਸੋ Thanks ਦੋਸਤੋ so ਇਹ ਸਨ ਡਾਕਟਰ ਰਾਜੇਸ਼ ਕੇ ਪੱਲਨ ਹੋਰੀ, ਉਹਨਾਂ ਦੇ ਨਾਲ ਸਾਡੀ ਇਹ ਖਾਸ ਗੱਲਬਾਤ, ਦ ਗੈਸਟ ਆਫ ਦ ਸ਼ੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।